1984 ਵਿੱਚ 31 ਅਕਤੂਬਰ ਨੂੰ ਉਸ ਵੇਲੇ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੇ ਮਾਰੇ ਜਾਣ ਮਗਰੋਂ ਦਿੱਲੀ ਅਤੇ ਮੁਲਕ ਦੇ ਹੋਰ ਸ਼ਹਿਰਾਂ ਵਿੱਚ ਸਿੱਖਾਂ ਦੇ ਹੋਏ ਕਤਲੇਆਮ ਦੇ ਸੰਬੰਧੀ ਇੱਥੇ ਕੇਂਦਰੀ ਗੁਰਦੁਆਰਾ ਸਿੰਘ ਸਭਾ ਸੈਕਟਰ 28 ਵਿੱਚ ਮੁਲਾਂਕਣ ਅਤੇ ਚਰਚਾ ਹੋਈ, ਜਿਸ ਵਿੱਚ ਵੱਖ-ਵੱਖ ਸਮਾਜਿਕ ਆਗੂ, ਵਿਦਿਆਰਥੀ ਆਗੂ ਅਤੇ ਮੁਸਲਿਮ ਭਾਈਚਾਰੇ ਦੇ ਧਾਰਮਿਕ ਆਗੂ ਵੀ ਸ਼ਾਮਲ ਹੋਏ। ਬੁਲਾਰਿਆਂ ਵਿੱਚ ਅਜੇਪਾਲ ਬਰਾੜ, ਪ੍ਰੋਫੈਸਰ ਮਨਜੀਤ ਸਿੰਘ, ਰਾਜਵਿੰਦਰ ਰਾਹੀ, ਡਾਕਟਰ ਪਿਆਰਾ ਲਾਲ ਗਰਗ, ਗੁਰਿੰਦਰ ਆਜ਼ਾਦ, ਦਵਿੰਦਰਪਾਲ ਸਿੰਘ, ਚੰਡੀਗੜ੍ਹ ਸੈਕਟਰ 45 ਦੀ ਜਾਮਾ ਮਸਜਿਦ ਦੇ ਇਮਾਮ ਸ਼ਮਸ਼ੇਰ ਅਲੀ ਅਤੇ ਸੈਕਟਰ 20 ਦੀ ਮਸਜਿਦ ਦੇ ਇਮਾਮ ਵੀ ਸ਼ਾਮਲ ਹੋਏ। ਇਸ ਤੋਂ ਇਲਾਵਾ ਸਾਬਕਾ IAS ਅਧਿਕਾਰੀ ਗੁਰਤੇਜ ਸਿੰਘ ਅਤੇ ਵਿਦਿਆਰਥਣ ਆਗੂ ਜੋ ਕਿ ਲਲਕਾਰ ਗਰੁੱਪ ਨਾਲ ਕੰਮ ਕਰਦੀ ਹੈ, ਅਮਨਦੀਪ ਕੌਰ ਨੇ ਵੀ ਆਪਣਾ ਪੱਖ ਸਟੇਜ ਤੇ ਰੱਖਿਆ। ਵੱਖ-ਵੱਖ ਬੁਲਾਰਿਆਂ ਨੇ ਆਖਿਆ ਕਿ 36 ਸਾਲ ਪਹਿਲਾਂ ਦਿੱਲੀ ਅਤੇ ਹੋਰ ਸ਼ਹਿਰਾਂ ਕਸਬਿਆਂ ਵਿੱਚ ਸਿੱਖ ਕਤਲੇਆਮ ਵਿੱਚੋਂ ਹੀ ਭਾਰਤੀ ਲੋਕਤੰਤਰ ਬਹੁਗਿਣਤੀ ਰਾਜਤੰਤਰ ਬਣ ਕੇ ਨਿਕਲਿਆ, ਜਿਹੜਾ ਹੁਣ ਹਿੰਦੂਤਵਵਾਦੀ ਫਾਸ਼ੀਵਾਦ ਦਾ ਰੂਪ ਧਾਰਨ ਕਰ ਚੁੱਕਿਆ ਹੈ। ਸਿੱਖ ਬੁਲਾਰਿਆਂ ਨੇ ਆਖਿਆ ਕਿ ਨਵੰਬਰ ਦਾ ਪਹਿਲਾ ਹਫ਼ਤਾ ਸਿੱਖਾਂ ਲਈ ਆਤਮ ਚਿੰਤਨ ਦਾ ਦਿਹਾੜਾ ਹੈ। ਸਿੱਖ ਭਾਈਚਾਰਾ ਆਪਣੀ ਪਛਾਣ, ਸੱਭਿਆਚਾਰ ਅਤੇ ਰਹਿਣ ਸਹਿਣ ਨੂੰ ਗੁਰੂ ਆਸ਼ੇ ਮੁਤਾਬਕ ਚਲਾਉਂਦਿਆਂ ਹੋਇਆ ਕਿਵੇਂ ਆਪਣੀ ਬਣਦੀ ਰਾਜ ਸੱਤਾ ਵਿਚਲੀ ਹਿੱਸੇਦਾਰੀ ਪ੍ਰਾਪਤ ਕਰ ਸਕਦਾ ਹੈ, ਇਹ ਸੋਚਣ ਦੀ ਲੋੜ ਹੈ। ਬੁਲਾਰਿਆਂ ਨੇ ਕਿਹਾ ਕਿ ਸਪਸ਼ਟ ਹੈ ਕਿ ਸਿੱਖ ਜੀਵਨ ਜਾਂਚ ਨੂੰ ਕਾਇਮ ਰੱਖਣ ਲਈ ਸਾਨੂੰ ਜਾਤ-ਪਾਤ ਦੇ ਛੁਪੇ ਹੋਏ ਕੋੜ ਨੂੰ ਦੂਰ ਕਰਕੇ ਇਖਲਾਕੀ ਬੁਲੰਦੀ ਹਾਸਲ ਕਰਨ ਅਤੇ ਸਮਾਜਿਕ ਬਰਾਬਰੀ ਵਾਲਾ ਸਮਾਜ ਖੜਾ ਕਰਕੇ ਹੀ ਮਨੂਵਾਦੀ ਅਤੇ ਅਨੈਤਿਕ ਤਾਨਾਸ਼ਾਹੀ ਤਾਕਤਾਂ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ। ਬੁਲਾਰਿਆਂ ਨੇ ਆਖਿਆ ਕਿ ਇਸ ਵੇਲੇ ਮੁਲਕ ਵਿੱਚ ਨਾ ਕੇਵਲ ਘੱਟ ਗਿਣਤੀ ਸਿੱਖ ਭਾਈਚਾਰੇ ਨੂੰ ਹੀ ਬਲਕਿ ਹੋਰ ਘੱਟ ਗਿਣਤੀਆਂ ਨੂੰ ਵੀ ਖਤਰਾ ਹੈ ਅਤੇ ਇਸ ਦੇ ਨਾਲ ਹੀ ਰਾਜ ਸੱਤਾ ਜਿਸ ਨੂੰ ਚਾਹੁੰਦੀ ਹੈ, ਜਿਸ ਨੂੰ ਫਾਇਦੇ ਦੇਣਾ ਚਾਹ ਰਹੀ ਹੈ, ਉਹਨਾਂ ਦੇ ਫਾਇਦਿਆਂ ਖਾਤਰ ਰਾਜ ਸੱਤਾ ਆਮ ਲੋਕਾਂ ਦਾ ਕਿਸੇ ਤਰ੍ਹਾਂ ਵੀ ਘਾਣ ਕਰ ਸਕਦੀ ਹੈ ਅਤੇ ਇਸ ਕਰਕੇ ਕਿਸੇ ਵੀ ਤਰ੍ਹਾਂ ਦੇ ਲੋਕ ਵਿਰੋਧੀ ਫੈਸਲੇ ਲੈ ਸਕਦੀ ਹੈ। ਸੋ ਬਹੁਤੇ ਬੁਲਾਰਿਆਂ ਨੇ ਲੋਕਾਂ ਨੂੰ ਇਹੀ ਸੱਦਾ ਦਿੱਤਾ, ਸਾਰੇ ਉਸ ਵੇਲੇ ਹਾਜ਼ਰ ਲੋਕਾਂ ਨੂੰ ਇਹ ਸੱਦਾ ਦਿੱਤਾ ਕਿ ਸਾਨੂੰ ਵੱਖ-ਵੱਖ ਭਾਈਚਾਰਿਆਂ ਨੂੰ ਮਿਲ ਕੇ ਰਹਿਣ ਦੀ ਲੋੜ ਹੈ ਅਤੇ ਨਾਲ ਹੀ ਸਿੱਖੀ ਦੇ ਅਸਲ ਖਾਸੇ ਕਿ ਅਸੀਂ ਹਰ ਵੇਲੇ ਜ਼ੁਲਮ ਦੇ ਵਿਰੁੱਧ ਬੋਲਣਾ ਹੈ ਅਤੇ ਅਸੀਂ ਚੁੱਪ-ਚਾਪ ਜ਼ੁਲਮ ਹੁੰਦਾ ਭਾਵੇਂ ਉਹ ਕਿਸੇ 'ਤੇ ਹੋ ਰਿਹਾ ਹੋਵੇ, ਉਹ ਚੁੱਪ-ਚਾਪ ਨਹੀਂ ਦੇਖਦੇ ਰਹਿਣਾ, ਬਲਕਿ ਹਰ ਤਰ੍ਹਾਂ ਦੇ ਜ਼ੁਲਮ ਦੇ ਖਿਲਾਫ ਖੜੇ ਹੀ ਨਹੀਂ ਹੋਣਾ, ਬਲਕਿ ਨਾਲਦਿਆਂ ਨੂੰ ਵੀ ਨਾਲ ਤੋਰਨਾ ਹੈ। ਇਸੇ ਦੌਰਾਨ CTV ਪੰਜਾਬ ਵੱਲੋਂ ਵੱਖ-ਵੱਖ ਬੁਲਾਰਿਆਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਇਸ ਚਿੰਤਨ ਵਿੱਚ ਭਾਗ ਲਿਆ ਸੀ, ਜੋ ਇਸ ਦੌਰਾਨ ਗੱਲਬਾਤ ਵਿੱਚ ਸ਼ਾਮਲ ਹੋਏ ਸਨ। ਅਸੀਂ ਉਹਨਾਂ ਨਾਲ ਵੱਖਰੇ ਤੌਰ 'ਤੇ ਵੀ ਸੰਖੇਪ ਵਿੱਚ ਗੱਲਬਾਤ ਕੀਤੀ। ਆਓ ਅਸੀਂ ਤੁਹਾਨੂੰ ਉਹ ਗੱਲਬਾਤ ਸੁਣਾਉਂਦੇ ਹਾਂ। 1984 ਦੀ ਨਸਲਕੁਸ਼ੀ, ਸਿੱਖਾਂ ਦੀ ਨਸਲਕੁਸ਼ੀ 'ਤੇ ਆਪਾਂ ਗੱਲਬਾਤ ਕਰਦੇ ਹਾਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਦੇ ਰਜਿਸਟਰਾਰ ਰਹੇ ਅਤੇ ਕਾਰਕੁਨ ਡਾਕਟਰ ਪਿਆਰਾ ਲਾਲ ਗਰਗ ਹੋਰਾਂ ਨਾਲ। ਡਾਕਟਰ ਗਰਗ ਜੀ, ਤੁਸੀਂ ਕੀ ਸੋਚਦੇ ਹੋ ਕਿ ਉਹ ਨਸਲਕੁਸ਼ੀ ਕਿਉਂ ਹੋਈ ਅਤੇ ਅੱਗੇ ਤੋਂ ਇਹੋ ਜਿਹੀਆਂ ਘਟਨਾਵਾਂ ਨਾ ਵਾਪਰਨ, ਇਹੋ ਜਿਹੇ ਖਤਰਨਾਕ ਹੌਲਨਾਕ ਗੱਲਾਂ ਨਾ ਵਾਪਰਨ ਵਰਤਾਰੇ, ਅਤੇ ਉਹ ਕਿਸ ਤਰ੍ਹਾਂ ਇਹ ਸੰਭਵ ਹੋਵੇ? ਦੇਖੋ ਦਵਿੰਦਰ ਦਵੀ ਜੀ, ਜਦ ਕੋਈ ਵੀ ਸਟੇਟ ਰਾਜ ਕਰਨਾ ਚਾਹੁੰਦੀ ਹੈ ਅਤੇ ਉਹਦੇ ਰਾਜ ਨੂੰ ਕਿਸੇ ਨਾ ਕਿਸੇ ਪਾਸਿਓਂ ਚੁਣੌਤੀਆਂ ਮਿਲਦੀਆਂ ਨੇ, ਤਾਂ ਉਹ ਕਿਸੇ ਇੱਕ ਇਹੋ ਜਿਹਾ ਦੈਂਤ ਖੜਾ ਕਰਕੇ ਰੱਖਦੀ ਹੈ ਜਿਹੜਾ ਬਾਕੀਆਂ ਨੂੰ ਦੂਜੀ ਧਿਰ ਨੂੰ ਦਿਖਾਉਂਦਾ। ਦੋ ਧਿਰਾਂ ਬਣਾਉਂਦੀ ਆ ਉਹ, ਇੱਕ ਧਿਰ ਨੂੰ ਉਹ ਦੈਂਤ ਬਣਾ ਕੇ ਪੇਸ਼ ਕਰਦੀ ਆ ਕਿ ਇਹ ਦੂਜੀ ਧਿਰ ਨੂੰ ਨਿਗਲ ਜੇਗੀ। 84 ਦੀ ਜਿਹੜੀ ਇਹ ਕਤਲੇਆਮ ਹੋਇਆ, ਮੈਂ ਉਹਨੂੰ ਨਸਲਕੁਸ਼ੀ ਕਹਿਣ ਤੋਂ ਥੋੜ੍ਹਾ ਮੈਨੂੰ ਪਰਹੇਜ਼ ਹੈ ਕਿ ਉਹ ਜਿਹੜਾ ਕਤਲ, ਕਈ ਉਹਨੂੰ ਦੰਗੇ ਕਹਿੰਦੇ ਨੇ, ਕਤਲੇਆਮ ਕਹਿ ਸਕਦੇ ਹਾਂ। ਉਹ ਦੰਗੇ ਨਹੀਂ ਸੀਗੇ, ਦੰਗੇ ਤਾਂ ਦੋ ਧਿਰੀ ਹੁੰਦੇ ਨੇ, ਉਹ ਤਾਂ ਇੱਕ ਧਿਰ ਕਤਲੇਆਮ ਸੀ ਔਰ ਉਹਦੇ 'ਚ ਸਟੇਟ ਰਲੀ ਹੋਈ ਸੀ। ਜੇ ਸਟੇਟ ਰਲੀ ਹੋਈ ਹੈ ਤਾਂ ਉਹਨੂੰ ਨਸਲਕੁਸ਼ੀ ਵੀ ਕਹਿਣ 'ਚ ਕੋਈ ਬਹੁਤ ਵੱਡੀ ਗੱਲ ਨਹੀਂ ਹੈ, ਥੋੜ੍ਹਾ ਫਰਕ ਹੀ ਹੈ। ਜੇ ਸਟੇਟ ਨਾ ਰਲੀ ਹੋਵੇ ਫਿਰ ਮਾਸ ਮੈਸੇਕਰ ਕਹਿ ਸਕਦੇ ਹਾਂ, ਪਰ ਸਟੇਟ ਨਾ ਰਲੀ ਹੋਣ ਕਰਕੇ ਜਿਹੜੇ ਨਸਲਕੁਸ਼ੀ ਵੀ ਕਹਿੰਦੇ ਨੇ ਉਹ ਵੀ ਇੱਕ ਲੈਵਲ ਤੱਕ ਕੋਈ ਇੰਨੇ ਗਲਤ ਨਹੀਂ ਹੈਗੇ। ਸੋ ਮੇਰਾ ਉਹਦੇ ਵਿੱਚ ਕੀ ਸੀ, ਉਦੋਂ ਸਿੱਖਾਂ ਨੂੰ ਇੱਕ ਇਸ ਤਰੀਕੇ ਨਾਲ ਉਹਨਾਂ ਦੇ ਪਹਿਰਾਵੇ ਨੂੰ, ਬੋਲੀ ਨੂੰ, ਉਹਨਾਂ ਦੇ ਸੱਭਿਆਚਾਰ ਨੂੰ, ਸਾਰੇ ਨੂੰ ਇਸ ਤਰ੍ਹਾਂ ਬਣਾਤਾ। ਮੈਂ ਕਿਉਂਕਿ ਗੁਰਦਾਸਪੁਰ ਐਕਟਿੰਗ ਐਸਐਮਓ ਸੀ ਉਹਨਾਂ ਦਿਨਾਂ ਦੇ ਵਿੱਚ, 3 ਜੂਨ 1984 ਨੂੰ ਸੰਡੇ ਦਾ ਦਿਨ ਸੀ, 4 ਨੂੰ ਬਲੂ ਸਟਾਰ ਹੀ ਹੋ ਗਿਆ, ਅਤੇ ਮੈਂ ਉਹ ਦੇਖਿਆ ਸਾਰਾ। ਅਤੇ ਉਹਦੇ ਵਿੱਚ ਉਹਨਾਂ ਨੇ ਜਦ ਇਸ ਨੂੰ ਇਹ ਬਣਾਤਾ ਵੀ ਸਿੱਖ ਜਿਹੜੇ ਨੇ ਇਹ ਦੇਸ਼ ਨੂੰ ਤੋੜਨਾ ਚਾਹੁੰਦੇ ਨੇ, ਔਰ ਸਾਰੇ ਉਹਦੇ ਵਿੱਚ, ਮੈਂ ਤਾਂ ਹੈਰਾਨ ਹਾਂ, ਸਾਰੀਆਂ ਪੋਲੀਟੀਕਲ ਪਾਰਟੀਆਂ ਉਹਦੇ ਵਿੱਚ ਸ਼ਾਮਲ ਹੋ ਗਈਆਂ। ਸਿੱਖਾਂ ਦੇ ਵਿੱਚੋਂ ਵੀ ਜਿਹੜੇ ਹੁਣ ਰਾਜ ਕਰਦੇ ਰਹੇ ਨੇ ਇਹ ਵੀ ਉਹਨਾਂ ਦੇ ਨਾਲ ਰਲ ਗਏ ਸਟੇਟ ਦੇ,
ਵੀ ਕੋਈ ਗੱਲ ਨਹੀਂ, ਇਹ ਮੁੰਡੇ ਖੁੰਡੇ ਖਰਾਬ ਕਰ ਰਹੇ ਨੇ, ਇਹਨਾਂ ਨੂੰ ਬਈ ਤੁਸੀਂ ਸਾਂਭੋ। ਇਹ ਰਾਜ ਕਰਨ ਵਾਲਿਆਂ ਤੋਂ ਤੁਹਾਡਾ ਮਤਲਬ ਸ਼੍ਰੋਮਣੀ ਅਕਾਲੀ ਦਲ ਹੈ? ਹਾਂ ਹਾਂ, ਬਿਲਕੁਲ ਬਿਲਕੁਲ ਨਾਲ ਰਲੇ ਨੇ, ਸਭ ਨੂੰ ਪਤਾ ਵੀ ਹੱਥ ਖੜੇ ਕਰਕੇ ਬਾਹਰ ਆਏ ਨੇ, ਨਹੀਂ ਤਾਂ ਫੌਜ ਉਹਨਾਂ ਨੂੰ ਬਾਹਰ ਕੱਢ ਲਈ। ਸੋ ਉੱਥੇ ਜਿਹੜੀ ਲੋੜ ਸੀ ਜਿਹੜਾ, ਉਹਦੇ ਵਿੱਚੋਂ ਬਲੂ ਸਟਾਰ ਹੋਇਆ। ਬਲੂ ਸਟਾਰ ਦੇ ਵਿੱਚ ਇੱਕ ਆਕਰੋਸ਼ ਪੈਦਾ ਹੋਇਆ, ਇਹ ਸਭ ਨੂੰ ਪਤਾ ਹੈ। ਔਰ ਜਿਹੜੀ ਇੱਥੇ ਗੱਲ ਕਹੀ ਗਈ ਅੱਜ ਵੀ ਜਦ ਸਟੇਟ ਫੈਸਲਾ ਕਰਦੀ ਹੈ ਕਿ ਮੈਂ ਕੁਝ ਨਹੀਂ ਹੋਣ ਦੇਣਾ, ਉਹਦਾ ਵੀ ਮੈਂ ਗਵਾਹ। 8 ਜੂਨ 1984 ਨੂੰ, 6 ਜੂਨ ਨੂੰ ਸਾਰਾ ਹੋ ਗਿਆ, ਸਾਰਾ ਕੁਝ 4 ਨੂੰ ਸ਼ੁਰੂ ਹੋ ਕੇ 8 ਜੂਨ ਨੂੰ 2 ਘੰਟੇ ਵਾਸਤੇ ਕਰਫਿਊ ਕੱਢਿਆ। ਅੰਮ੍ਰਿਤਸਰ ਦੀਆਂ ਸਾਰੀਆਂ ਸੜਕਾਂ ਭਰ ਗਈਆਂ, ਗੁੰਡੀਮਿੰਡ ਰੋਡ, ਚਾਟੀਵਿੰਡ ਰੋਡ, ਮਜੀਠਾ ਰੋਡ। ਜਨਰਲ ਬਰਾੜ ਸੀਗੇ, KS ਬਰਾੜ, ਉਹਨਾਂ ਨੇ ਕਿਹਾ ਆਡੀਓ ਦੇ ਉੱਤੇ ਵੀ ਦੇਖੋ ਮੈਂ ਵੀ ਇੱਕ ਸਿੱਖ ਹਾਂ, ਜੋ ਹੋਇਆ ਬਹੁਤ ਮਾੜਾ ਹੋਇਆ, ਮੈਨੂੰ ਵੀ ਬੜਾ ਦਰਦ ਹੈ। ਜਿੱਥੇ ਮੈਂ ਇੱਕ ਸਿੱਖ ਹਾਂ ਉੱਥੇ ਮੈਂ ਇੰਡੀਅਨ ਫੌਜ ਦਾ ਇੱਕ ਸਿਪਾਹੀ ਵੀ ਹਾਂ, ਅਤੇ ਮੈਂ ਇਸੇ ਆਪਦੇ ਧਰਮ ਦੀ ਸਹੁੰ ਖਾਧੀ ਹੈ ਵੀ ਮੈਂ ਉਸ ਫੌਜ ਦੀ ਲਾਜ ਰੱਖਾਂਗਾ। ਇਸ ਤੋਂ ਮੈਂ ਅੱਗੇ ਤੁਹਾਨੂੰ ਵਧਣ ਨਹੀਂ ਦੇਣਾ, ਜੋ ਮਰਜ਼ੀ ਕਰਨਾ ਪੈ ਜੇ। ਪਹਿਲਾਂ ਕੌਮ ਦਾ ਬਹੁਤ ਨੁਕਸਾਨ ਹੋ ਗਿਆ ਇੰਨੇ ਦਿਨਾਂ 'ਚ, ਹੁਣ ਹੋਰ ਨਾ ਕਰਾਇਆ ਜਾਵੇ। ਸਿੱਖ ਜਿਨ੍ਹਾਂ ਵਾਸਤੇ ਦਰਬਾਰ ਸਾਹਿਬ, ਸਾਰੀ ਦੁਨੀਆ 'ਚ ਧਰਮ ਦਾ ਕੋਈ ਐਡਾ ਵੱਡਾ ਸਥਾਨ ਕਿਸੇ ਧਰਮ ਦਾ ਨਹੀਂ ਜਿੱਡਾ ਸਿੱਖਾਂ ਦਾ ਵਾਸਤੇ ਦਰਬਾਰ ਸਾਹਿਬ ਹੈ। ਅਤੇ ਦੂਜੀ ਗੱਲ, ਸਿੱਖਾਂ ਦੀ ਦਰਬਾਰ ਸਾਹਿਬ ਵਾਸਤੇ ਜਾਂ ਸਿੱਖ ਧਰਮ ਵਾਸਤੇ ਜੋ ਕੁਰਬਾਨੀ ਹੈ ਉਹ ਬੜੀ ਲਾਸਾਨੀ ਹੈ। ਸਿਰ ਦੇਣਾ ਜਾਣਦੇ ਨੇ ਉਹ ਇਸ ਵਾਸਤੇ, ਪਰ ਉਹ ਨਹੀਂ ਗਏ ਕਿਉਂਕਿ ਸਟੇਟ ਨੇ ਕਿਸਮ ਦਾ ਫੈਸਲਾ ਕਰ ਲਿਆ ਵੀ ਜਾਣ ਨਹੀਂ ਦੇਣਾ, ਉਹ ਨਹੀਂ ਗਏ। ਅਤੇ ਪਰ ਜਦ ਇੰਦਰਾ ਗਾਂਧੀ ਦਾ ਮਰਡਰ ਹੋਇਆ ਉਦੋਂ ਸਟੇਟ ਨੇ ਕਹਿ ਤਾ, ਪ੍ਰਾਈਮ ਮਿਨਿਸਟਰ ਕਹਿ ਰਿਹਾ ਵੀ ਜਦ ਕੋਈ ਦਰਖਤ ਗਿਰਦਾ ਉਦੋਂ ਧਰਤੀ ਤਾਂ ਹਿਲਦੀ ਹੋਈ ਹੈ। ਹੁਣੀ ਤੁਸੀਂ ਉਹ ਇਹਨਾਂ ਦਾ ਜਿਹੜਾ ਸੀਗਾ ਨਾਨਾ RSS ਵਾਲਿਆਂ ਦਾ, ਉਦੋਂ ਤੁਸੀਂ ਸੁਣਿਆ ਹੀ ਹੈ ਨਾ ਵੀ ਇਹ ਤਾਂ ਫਿਰ ਹਾਲ ਹੋਣਾ ਹੀ ਹੈ, ਜੇ ਤੁਸੀਂ ਵੱਡੇ ਨੂੰ ਮਾਰੋਗੇ ਤਾਂ ਫਿਰ ਤੁਹਾਡਾ ਭੁਗਤ ਨਹੀਂ ਪਊਗਾ। ਸੋ ਇਹਨਾਂ ਨੇ ਰਲ ਕੇ ਜਿਹੜੇ ਲੋਕ RSS ਨੂੰ, CIA ਨੂੰ, ਈਵਨ ਇੰਦਰਾ ਗਾਂਧੀ ਨੂੰ ਮਰਾਉਣ 'ਚ CIA ਦੀ ਵੀ ਇੱਕ ਭੂਮਿਕਾ ਸੀਗੀ, ਕਿਉਂਕਿ ਇੰਦਰਾ ਗਾਂਧੀ ਇੱਕ ਤਰੀਕੇ ਨਾਲ ਉਹਨੂੰ ਚੈਲੰਜ ਵੀ ਕਰਦੀ ਸੀ। ਉਹ ਫਿਰ ਹੁੰਦਾ ਜਿਨ੍ਹਾਂ 'ਚ ਮੇਰੇ 'ਚ ਆਕਰੋਸ਼ ਹੈ, ਮੈਨੂੰ ਆ ਕੇ ਜਿਹੜਾ ਦੂਜਾ ਬੰਦਾ ਹੈ ਤੁਹਾਡੇ 'ਤੇ ਹਮਲਾ ਕਰਵਾਉਣਾ ਚਾਹੁੰਦਾ ਹੈ, ਉਹ ਮੈਨੂੰ ਮੇਰੇ ਆਕਰੋਸ਼ ਨੂੰ ਵਰਤਦਾ, ਉਹਦਾ ਸਾਹਮਣਾ ਤਾਂ ਮੈਂ ਹੀ ਬਣਦਾ। ਉਹ CIA ਦਾ ਮਰਡਰ ਜਿਹੜੇ ਤਰੀਕੇ ਨੇ ਉਹਦੇ 'ਚ ਇਹ ਹੈ ਵੀ ਜਿਹੜਾ ਬੰਦਾ ਕਤਲ ਕਰਦਾ ਹੈ ਉਹਨੂੰ ਮਾਰ ਦਿੰਦੇ ਨੇ। ਜਿਸ ਤਰ੍ਹਾਂ ਮੈਂ ਜਿਹੜੀ ਗੱਲ 'ਤੇ ਆਉਣਾ ਇੱਕ ਲਾਈਨ 'ਚ ਵੀ ਉਹ ਮਰਡਰ ਤੋਂ ਬਾਅਦ ਬਹੁਤ ਸਾਰੀਆਂ ਏਜੰਸੀਆਂ ਹੁਣ ਵੀ ਸਾਡੇ ਸਾਹਮਣੇ ਬੋਲ ਵੀ CIA ਦਾ, ਅਮਰੀਕਾ ਦਾ ਕੋਈ ਹੱਥ ਨਹੀਂ ਹੈ, RSS ਤਾਂ ਕੁਛ ਨਹੀਂ ਹੈ, ਇਹ ਤਾਂ ਸਾਰਾ ਕਾਂਗਰਸ ਦਾ। ਜਿਹੜਾ ਇਹਨੂੰ ਐਂ ਡਿਵਾਈਡ ਕਰਕੇ ਦੇਖਦਾ ਗਲਤ ਹੈ। ਉਸ ਵਕਤ ਪੂਰੇ ਦਾ ਪੂਰਾ ਮੁਲਕ, ਜਿਹੜੀ ਮਰਜ਼ੀ ਉਹ ਭਾਸ਼ਾ ਸੀ, ਉਹਦਾ ਐਂ ਬਣਾ ਦਿੱਤਾ ਗਿਆ ਸੀ ਵੀ ਸਿੱਖ ਬੜੇ ਦੈਂਤ ਨੇ, ਬੜੇ ਵੱਡੇ ਦੈਂਤ ਨੇ, ਅਤੇ ਬਲੂ ਸਟਾਰ ਕਰਤਾ। ਉਦੋਂ ਬਾਅਦ ਇੰਦਰਾ ਗਾਂਧੀ ਮਰਡਰ ਤੋਂ ਬਾਅਦ ਬਣਾਤਾ ਵੀ ਹੁਣ ਤਾਂ ਇਹ ਆਤੀ ਹੋ ਗਈ ਹੈ। ਉਹਨਾਂ ਨੇ ਟਾਇਰਾਂ ਪਾ, ਇਹ ਕਰ ਉਹ ਕਰ, ਇਹ ਕਹਿਣਾ ਵੀ ਸਟੇਟ ਚੁੱਪ ਸੀ, ਚੁੱਪ ਨਹੀਂ ਸੀ, ਨਾਲ ਰਲੀ ਹੋਈ ਸੀ, ਐਕਟਰ ਸੀ। ਚੁੱਪ ਹੁੰਦੀ ਹੈ ਤਾਂ ਵੀ ਉਹਨੂੰ ਕੋਈ ਕੁਛ ਕਹੇ ਨਾ, ਬੁਲਾਵੇ ਨਾ, ਅਤੇ ਉਹ ਚੁੱਪ ਰਹੇ। ਉਹਨੂੰ ਤਾਂ ਫੋਨ ਨਹੀਂ ਚੁੱਕੇ, ਉਹਨਾਂ ਨੇ ਤਾਂ ਫੋਨ ਬੰਦ ਕਰਤੇ। ਲੋਕਾਂ ਨੇ ਜਾ ਕੇ ਵੱਡੇ ਵੱਡੇ ਅਫਸਰਾਂ ਨੇ ਬੇਨਤੀਆਂ ਕਰੀਆਂ, ਉਹ ਨਹੀਂ ਸੁਣੀਆਂ। ਅਤੇ ਇਹਦਾ ਮਤਲਬ ਸਟੇਟ ਚੁੱਪ ਨਹੀਂ ਸੀ, ਸਟੇਟ ਰਲੀ ਹੋਈ ਸੀ। ਜਿਸ ਤਰ੍ਹਾਂ ਦੁਨੀਆ ਭਰ ਵਿੱਚ ਹੁਣ ਜਿਹੋ ਜਿਹੀ ਸਥਿਤੀ ਚੱਲ ਰਹੀ ਹੈ, ਕਾਰਪੋਰੇਟ ਸੰਸਾਰ ਇਸ ਵੇਲੇ ਨਿਭਾ ਰਿਹਾ ਜ਼ਾਲਮ ਦੀ ਭੂਮਿਕਾ, ਸੱਤਾ ਦੀ ਭੂਮਿਕਾ, ਸੱਤਾਧਾਰੀ ਦੀ ਭੂਮਿਕਾ ਵਿੱਚ ਹੈ ਕਾਰਪੋਰੇਟ, ਸਿੱਧੇ ਜਾਂ ਅਸਿੱਧੇ ਰੂਪ ਵਿੱਚ। ਅਤੇ ਹਰ ਬੋਲਣ ਵਾਲੇ ਨੂੰ ਤੰਗ ਕੀਤਾ ਜਾ ਰਿਹਾ, ਉਹਦਾ ਜਿਉਣਾ ਦੁੱਭਰ ਕੀਤਾ ਜਾ ਰਿਹਾ ਹੈ। ਅਤੇ ਇਸ ਵੇਲੇ ਤੁਸੀਂ ਖਾਸ ਕਰਕੇ ਪੰਜਾਬ ਨੂੰ ਕੀ ਸਲਾਹ ਦਿਓਗੇ? ਦੇਖੋ, ਮੇਰਾ ਤਾਂ ਇੱਕੋ ਹੀ ਬੇਨਤੀ ਹੈ ਵੀ ਕਾਰਪੋਰੇਟ, ਬਿਲਕੁਲ ਠੀਕ ਕਿਹਾ ਤੁਸੀਂ, ਕਾਰਪੋਰੇਟ 'ਚ ਬੜਾ ਤੁਲਿਆ ਹੋਇਆ, ਔਰ ਇੱਥੋਂ ਦੀ ਸਰਕਾਰ ਕਾਰਪੋਰੇਟ ਦੇ ਨਾਲ ਖੜੀ ਹੈ। ਇੱਥੇ ਤੱਕ ਹੋ ਗਿਆ ਅੱਜ ਸਾਨੂੰ ਪੰਜਾਬੀ ਨੂੰ ਮਤਭੇਦ ਭੁੱਲਣੇ ਪੈਣਗੇ। ਕੈਪਟਨ ਅਮਰਿੰਦਰ ਸਿੰਘ ਜੀ ਸਰਕਾਰ ਨੇ, ਚੰਗੀ ਹੈ ਮਾੜੀ ਹੈ ਮੈਂ ਇਸ 'ਚ ਨਹੀਂ ਜਾ ਰਿਹਾ, ਉਹਨਾਂ ਨੇ ਮਤੇ ਪਾਸ ਕਰੇ ਵੀ ਅਸੀਂ ਸਾਨੂੰ ਇਹ ਬਿੱਲ ਮਨਜ਼ੂਰ ਨਹੀਂ। ਉਹ ਤੋਂ ਇੱਕ ਲਹਿਰ ਸ਼ੁਰੂ ਹੋਈ, ਰਾਜਸਥਾਨ ਨੇ ਵੀ ਪਾਸ ਕਰਤਾ, ਛੱਤੀਸਗੜ੍ਹ ਕਰ, ਠੀਕ ਹੈ, ਦਿੱਲੀ 'ਤੇ ਪ੍ਰੈਸ਼ਰ ਪੈ ਰਿਹਾ। ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਸਰਕਾਰ ਦਾ ਪ੍ਰੈਜ਼ੀਡੈਂਟ ਇਹ ਕਹਿ ਰਿਹਾ ਮੈਂ ਤੈਨੂੰ ਮਿਲਣਾ ਨਹੀਂ, ਉਹਦੇ ਮੰਤਰੀ ਕਹਿ ਰਹੇ ਨੇ ਅਸੀਂ ਤੁਹਾਨੂੰ ਮਿਲਣਾ ਨਹੀਂ, ਇੱਕ ਮੁੱਖ ਮੰਤਰੀ ਨੂੰ। ਇਹ ਕੈਪਟਨ ਅਮਰਿੰਦਰ ਸਿੰਘ ਨੂੰ ਨਾ ਨਹੀਂ ਹੈ, ਇਹ ਕਾਂਗਰਸ ਦੇ ਚੀਫ ਮਿਨਿਸਟਰ ਨੂੰ ਨਾ ਨਹੀਂ ਹੈ, ਇਹ ਪੰਜਾਬ ਦੇ ਚੀਫ ਮਿਨਿਸਟਰ ਨੂੰ ਨਾ, ਇਹ ਪੰਜਾਬੀਆਂ ਨੂੰ ਵੀ ਲਾ ਲਓ ਜ਼ੋਰ ਤੁਹਾਡੇ, ਅਸੀਂ ਮੁੱਖ ਮੰਤਰੀ ਨੂੰ ਵੀ ਨਹੀਂ ਮਿਲਦੇ, ਸਾਡਾ ਮੰਤਰੀ ਵੀ ਨਹੀਂ ਮਿਲਦਾ। ਮੁੱਖ ਮੰਤਰੀ ਦਾ ਸਟੇਟਸ ਆ ਜਿਹੜਾ ਸੈਂਟਰ ਦੇ ਮਿਨਿਸਟਰ ਦੇ ਬਰਾਬਰ ਹੁੰਦਾ, ਸਟੇਟ ਦੇ ਪ੍ਰੋਟੋਕੋਲ 'ਚ ਵੀ। ਉਹ ਕਹਿੰਦੇ ਅਸੀਂ ਤੈਨੂੰ ਮਿਲਦੇ ਨਹੀਂ। ਇਹ ਤੋਂ ਪਤਾ ਕੀ ਲੱਗਦਾ ਵੀ ਇੰਡੀਅਨ ਸਟੇਟ ਬੜੀ ਹੰਕਾਰ 'ਚ ਆਈ ਹੋਈ ਹੈ। ਕਿ ਅਸੀਂ ਅੱਜ ਸਾਡੀ ਲੋੜ ਹੈ, ਅੱਜ ਜਿਹੜਾ ਤੁਸੀਂ ਪੁੱਛਿਆ, ਮੇਰਾ ਸੰਦੇਸ਼ ਹੈ ਅੱਜ ਸਾਨੂੰ ਇਸ ਗੱਲ ਦੇ ਉੱਤੇ, ਜਿੱਦਾਂ ਇੰਦਰਾ ਗਾਂਧੀ ਮਾਰੀ ਸੀ ਉਦੋਂ ਮੈਂ ਜਨਰਲ ਸੈਕਟਰੀ ਸੀ PCMS ਐਸੋਸੀਏਸ਼ਨ ਦਾ ਵੀ, ਅਸੀਂ ਪਾਸ ਕਰਿਆ ਸੀ ਵੀ CIA ਨੇ ਰਲ ਕੇ ਮਰਵਾਈ ਹੈ,
ਸਿੱਖਾਂ ਦੇ ਆਕਰੋਸ਼ ਨੂੰ ਵਰਤਿਆ। ਹੋ ਸਕਦਾ ਇਹ ਨਹੀਂ ਉਹਦੇ ਮੁਕਬਲ ਵਰਤਦੇ ਬੰਦਿਆਂ ਨੂੰ ਵੀ ਵਰਤ ਸਕਦੇ ਸੀ। ਤੇ ਦੇਸ਼ ਦੀ ਸਾਡੇ ਦੀ ਪ੍ਰਧਾਨ ਮੰਤਰੀ ਕੋਈ ਅਸੀਂ ਇੰਦਰਾ ਗਾਂਧੀ ਦੇ ਉਪਾਸ਼ਕ ਨਹੀਂ ਸੀਗੇ। ਇੰਦਰਾ ਗਾਂਧੀ ਨੇ ਤਾਂ ਇੱਥੇ ਏਡਾ ਵੱਡਾ ਘਾਰਾ ਕਰਿਆ ਸੀ, ਪਰ ਉਹ ਦੇਸ਼ ਦੀ ਪ੍ਰਧਾਨ ਮੰਤਰੀ ਸੀ। ਇੱਦਾਂ ਹੀ ਅੱਜ ਅਮਰਿੰਦਰ ਸਿੰਘ ਪੰਜਾਬ ਦਾ ਚੀਫ ਮਿਨਿਸਟਰ, ਜਿਹੜਾ ਮਰਜ਼ੀ ਹੈ, ਜਿਹੋ ਜਿਹਾ ਮਰਜ਼ੀ ਹੈ, ਚੰਗਾ ਮਾੜਾ ਹੈ, ਅੱਜ ਉਹਨੂੰ ਮਿਲਣ ਤੋਂ ਨਾ ਕਰਦਾ ਜੇ ਹਿੰਦੁਸਤਾਨ ਦਾ ਪ੍ਰੈਜ਼ੀਡੈਂਟ, ਜਿਹੜਾ ਪ੍ਰੈਜ਼ੀਡੈਂਟ ਸੁਪਰੀਮ ਕਮਾਂਡਰ ਹੈ ਸਾਡੀਆਂ ਫੌਜਾਂ ਦਾ। ਇਹਦਾ ਮਤਲਬ ਹਿੰਦੁਸਤਾਨ ਦੀ ਸਟੇਟ ਨੇ ਪੰਜਾਬ ਦੇ ਚੁਣੇ ਹੋਏ ਮੁੱਖ ਮੰਤਰੀ ਨੂੰ ਮਿਲਣ ਤੋਂ ਨਾ ਕਰੀ ਹੈ। 2 ਵਜ਼ੀਰਾਂ ਨੇ ਨਾ ਕਰ ਦਿੱਤੀ ਹੈ। ਇਹ ਸਾਡੇ ਪੰਜਾਬੀ ਦੀ ਅਣਖ ਦੇ ਉੱਤੇ, ਔਰ ਜਿਹੜਾ ਸਾਡਾ ਸਟਰਗਲ ਹੈ ਇਹਨੂੰ ਢਾਉਣ ਦਾ ਇੱਕ ਤਰੀਕਾ ਵੀ ਹੁਣ ਕੋਈ ਹੋਰ ਕਰਾਂਗੇ ਅਸੀਂ ਕੁਝ। ਇਹ ਇੱਕ ਸੰਦੇਸ਼ ਹੈ ਸਾਨੂੰ ਪੰਜਾਬੀਆਂ ਨੂੰ, ਇਹ ਭੁੱਲ ਕੇ ਕਿ ਕਾਂਗਰਸੀ ਹੈ, ਅਕਾਲੀ ਹੈ, ਇਹ ਕਮਿਊਨਿਸਟ ਹੈ, ਇਹ ਨਾਨ ਕਮਿਊਨਿਸਟ ਹੈ, ਇਹ ਦਲਿਤ ਹੈ, ਨਾਨ ਦਲਿਤ ਹੈ, ਇਹ ਮਾਝਾ ਮਾਲਵਾ ਹੈ, ਇਹ ਭੁੱਲ ਕੇ ਅੱਜ ਸਾਨੂੰ ਇਕੱਠੇ ਹੋਣਾ ਪਊਗਾ ਵੀ ਕੋਈ ਗੱਲ ਨਹੀਂ, ਜੇ ਤੁਸੀਂ ਸਾਡੇ ਨਾਲ ਲੜੋਗੇ ਅਸੀਂ ਲੜੀ ਜਾਵਾਂਗੇ, ਦੇਖੀ ਜੋ ਹੁੰਦਾ। ਸਿਰ ਅਸੀਂ ਪਹਿਲਾਂ ਵੀ ਬਥੇਰੇ। ਸੋ ਸਾਨੂੰ ਇਹ ਅਣਖ ਦੀ ਗੱਲ ਆ, ਅੱਜ ਪੰਜਾਬੀ ਦੀ ਅਣਖ ਨੂੰ ਫਿਰ ਦੁਬਾਰਾ ਬਣਾ ਰਿਹਾ। ਸ਼ੁਕਰੀਆ ਡਾਕਟਰ ਸਾਹਿਬ। ਸ਼ੁਕਰੀਆ ਜੀ, ਬਹੁਤ ਬਹੁਤ। ਇਸ ਸਭਾ ਵਿੱਚ, ਇਸ ਮੁਲਾਂਕਣ ਲਈ ਹੋਏ ਇਕੱਠ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਵੀ ਸ਼ਾਮਲ ਹੋਏ ਅਤੇ ਦਿੱਲੀ ਤੋਂ ਵੀ ਕੁਝ ਵਿਦਵਾਨ ਸ਼ਾਮਲ ਹੋਏ, ਵੱਖ-ਵੱਖ ਧਿਰਾਂ ਇਸ ਦੇ ਵਿੱਚ ਸ਼ਾਮਲ ਹੋਈਆਂ। ਅਸੀਂ ਇਸ ਵੇਲੇ ਗੱਲਬਾਤ ਕਰਦੇ ਹਾਂ ਚੰਡੀਗੜ੍ਹ ਦੇ ਸੈਕਟਰ 45 ਸਥਿਤ ਜਾਮਾ ਮਸਜਿਦ ਦੇ ਇਮਾਮ ਸ਼ਮਸ਼ੇਰ ਅਲੀ ਜੀ ਨਾਲ। ਸ਼ਮਸ਼ੇਰ ਅਲੀ ਜੀ, ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਸ਼ੁਕਰ ਜੀ। ਜੀ ਸ਼ਮਸ਼ੇਰ ਅਲੀ ਜੀ, ਤੁਸੀਂ ਇਸ ਡਿਸਕਸ਼ਨ, ਇਸ ਚਰਚਾ ਵਿੱਚ ਸ਼ਾਮਲ ਹੋਏ ਹੋ, ਤੁਸੀਂ ਉਸ ਕਤਲੇਆਮ ਬਾਰੇ, 1984 ਦੇ ਕਤਲੇਆਮ ਬਾਰੇ ਕੀ समझते हो? देखिए, वो इंसानियत के ऊपर एक बदनुमा दाग था और मैं समझता हूँ कि उसको मैंने बजाते खुद अपने आप देखा है, जो एक तरह से हिटलर की याद को ताज़ा कर रहा था। मतलब जिसने काम किया, जिससे गलती हुई, जिसने जो भी किया हो, लेकिन उसका मतलब नहीं कि करे कोई सज़ा कोई भरे। उसको जो कत्लेआम हुआ था वो एक इंसानियत के ख़िलाफ़ बहुत बड़ा बदनुमा दाग था और ये समाज के ऊपर बड़ी ज़िम्मेदारी थी कि ऐसे कत्लेआम को समाज के लोग आकर रोकें। सरकार तो जो करती है, अगर सभी जानते हैं कि सरकार तो एक तरह से बिल्कुल निकम्मी हो जाती है। यानी कि 3 दिन तक वो कत्लेआम चला, दिल्ली में चला, मुजफ्फरनगर में और कानपुर में और दीगर शहरों में चला। तो इसका मतलब कहीं ना कहीं यह है कि सरकार इसके अंदर मुलविस रही और सरकार नहीं चाहती थी कत्लेआम रुके। तो इसलिए हम यहाँ आए हैं और हम ये चाहते हैं कि समाज में कहीं भी अगर ऐसा मामला हो तो समाज के लोग खुद उसको अगर उसको अपने हाथों से आकर रोकें। ये इंसानियत का एक सबूत है और हर इंसान को इस बारे में आगे आना चाहिए कि अगर किसी के ऊपर कोई जुल्म हो रहा है तो उसको खामोश तमाशाई न बने, बल्कि जुल्म के खिलाफ आवाज़ उठाएं और उसको अपने हाथ से रोकें। अगर कोशिश करें तो अपने हाथ से उसको रोकें और रोकना चाहिए। इसके लिए हम मुकम्मल तैयार हैं। आपने कहा कि आपने अपनी आंखों से देखा, वो आप चश्मदीद गवाह हैं। आप तब दिल्ली में थे? नहीं, मैं मुजफ्फरनगर में था और इंदिरा जी के कत्ल के बाद मैं उस टाइम पढ़ा करता था, तो मैंने देखा कि बहुत से लोग थे, वो इकट्ठा होकर झुंडे बनाकर जा रहे थे। तो जहाँ सिखों की दुकानें थी, मकान थे, उनको वो आग लगा रहे थे। तो समझता हूँ कि इंसानियत नहीं है तो एक जहालत भरी ज़िंदगी इंसान की होती है और जो समाज के लोग, दूसरे लोग हैं, उनको चाहिए कि ऐसे मौके पर वो आकर ऐसे जुल्म के ख़िलाफ़ आवाज़ उठाएं। अगर हिम्मत हो तो अपने हाथ से रोकें, वरना उसको दिल से बुरा जाना कंपलसरी। जिस तरह पूरे देश ਵਿੱਚ ਹਾਲਾਤ ਹੁਣ ਬਣ ਰਹੇ ਹਨ, ਜੋ ਕੁਝ ਥਾਵਾਂ ਤੇ ਇਹ ਮੰਨਿਆ ਜਾ ਰਿਹਾ ਹੈ ਕਿ ਘੱਟ ਗਿਣਤੀਆਂ ਉੱਤੇ ਹਮਲੇ ਹੋ ਰਹੇ ਹਨ, ਤੇ ਉਹ ਸਾਰੇ ਕਾਸੇ ਬਾਰੇ ਤੁਹਾਡਾ ਕੀ ਕਹਿਣਾ? ਤੇ ਸ਼ਾਂਤੀ, ਅਮਨ ਸ਼ਾਂਤੀ ਬਹਾਲ ਹੋਵੇ ਜਾਂ ਸਾਰੇ ਭਾਈਚਾਰਿਆਂ ਦੇ ਹੱਕ, ਉਹਨਾਂ ਦੇ ਰਾਈਟਸ ਬਹਾਲ ਹੋਣ, ਇਹਦੇ ਬਾਰੇ ਤੁਸੀਂ ਕੀ ਸੁਨੇਹਾ ਦਿਓਗੇ ਕਿ ਕਿਸ ਤਰ੍ਹਾਂ ਇਹ ਸਭ ਪੋਸੀਬਲ है? देखिए, जहाँ तक ताल्लुक़ जो आपने कहा कि घट गिनती वालों के ऊपर जुल्म हो रहा है, इसमें कोई दो राय नहीं है। आज पहले मुसलमानों पर हुए, फिर सिखों के साथ हुआ, अब दलितों के साथ हो रहा। मॉब लिंचिंग के खिलाफ क्या क्या नहीं हुआ। पूरे मुल्क के अंदर तकरीबन 150-200 लड़के मॉब लिंचिंग के मारे गए। ठीक, उसके बाद में दलितों के साथ में क्या हो रहा है, कई जगह बलात्कार हुए, लड़कियों को मार दिया गया। ये सब चीज़ें जो हैं ये बिल्कुल गलत है और मैं समझता हूँ इसके लिए सबसे बेहतर तरीका ये है कि हम समाज के लोग सब एकजुट होकर जुल्म के खिलाफ आवाज़ उठाएं, ख्वाह वो किसी भी जाति का हो, किसी धर्म का हो, इसे न देखें, बल्कि अगर कहीं जुल्म हो रहा है तो इंसानियत हमारा इस बात की तकाजा करती है, हमारा ज़मीर इस बात का गौर करता है कि हम उस जुल्म को अपने हाथों से रोकें। और जब हम सब आपस में मुत्तहिद हो जाएं, इत्तफाक करेंगे, तो मुमकिन है कि ये सब चीज़ रुक सकती हैं। लेकिन समाज के अंदर इसमें एकता होना, इत्तफाक होना बहुत ज़रूरी है और ये हमें करना पड़ेगा, क्योंकि सरकार के ऊपर निर्भर करने से कि सरकार हमारी रक्षा करे, हिफाजत करे, तो शायद मैं समझता हूँ ये हमारी भूल
होगी, ऐसा होना मुमकिन नहीं है। तो ਕੀ ਤੁਹਾਨੂੰ ਲੱਗਦਾ ਕਿ ਅਲੱਗ-ਅਲੱਗ ਜਿਹੜੇ ਸਮਾਜ ਨੇ, ਭਾਈਚਾਰੇ ਨੇ, ਅਲੱਗ-ਅਲੱਗ ਧਰਮਾਂ ਨੂੰ ਮੰਨਣ ਵਾਲੇ, ਕੀ ਉਹਨਾਂ ਨੂੰ ਇੱਕ ਦੂਜੇ ਨੂੰ ਸਪੇਸ ਦੇਣੀ ਬਣਦੀ ਹੈ ਤੇ ਇਕੱਠੇ ਰਹਿਣ ਬਾਰੇ ਜਾਂ ਅਕਸਰ ਉਹਨਾਂ ਨੂੰ ਡਾਇਲੌਗ ਤੋਰੀ ਰੱਖਣਾ ਚਾਹੀਦਾ ਹੈ? नहीं नहीं, उन सभी को इकट्ठा ही होना चाहिए, और जब तक हम इकट्ठा नहीं होंगे, जब तक ये परेशानी सॉल्व नहीं हो सकती है। ਸ਼੍ਰੀਮਤੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜੋ ਦਿੱਲੀ ਅਤੇ ਕੁਝ ਹੋਰ ਸ਼ਹਿਰਾਂ ਵਿੱਚ ਕਹਿਰ ਵਰਤਿਆ ਸੀ, ਜਿਸ ਤਰ੍ਹਾਂ ਇੱਕ ਫਿਰਕੇ ਦੇ ਜਾਂ ਸਿੱਧਾ ਹੀ ਕਹਿ ਲਈਏ ਕਿ ਸਿੱਖਾਂ ਨੂੰ ਜਿਸ ਤਰ੍ਹਾਂ ਘਰਾਂ ਚੋਂ ਕੱਢ ਕੇ, ਜਿਸ ਤਰ੍ਹਾਂ ਸੜਕਾਂ 'ਤੇ ਲਿਆ ਕੇ, ਘਰਾਂ ਚੋਂ ਕਾਰੋਬਾਰ ਵਾਲੀਆਂ ਥਾਵਾਂ ਤੋਂ ਕੱਢ ਕੇ ਜਿਸ ਤਰ੍ਹਾਂ ਕੋ ਕੇ ਮਾਰਿਆ ਗਿਆ ਸੀ, ਅਤੇ 36 ਸਾਲਾਂ ਬਾਅਦ ਵੀ ਇਹ ਗੱਲ ਨਿਆਂ ਦੇ ਕਟਹਿਰੇ ਵਿੱਚੋਂ ਕਿਸੇ ਨੂੰ ਅਦਾਲਤਾਂ ਵਿੱਚੋਂ ਕਿਸੇ ਨੂੰ ਨਿਆਂ ਨਹੀਂ ਮਿਲਿਆ, ਸਮਾਜਿਕ ਤੌਰ 'ਤੇ ਵੀ ਭਾਵੇਂ ਨਿਆਂ ਨਹੀਂ ਮਿਲਿਆ, ਅਤੇ ਉਸ 'ਤੇ ਹਰ ਵਾਰ 31 ਅਕਤੂਬਰ ਤੋਂ ਨਵੰਬਰ ਦੇ ਪਹਿਲੇ ਹਫਤੇ ਸਿੱਖਾਂ ਦੇ ਜ਼ਖਮ ਹਰੇ ਹੁੰਦੇ ਹਨ। ਆਪਾਂ ਜ਼ਖਮ ਕਦੀ ਨਹੀਂ ਭੁੱਲਦੇ, ਜ਼ਖਮ ਭੁੱਲਦੇ ਨਹੀਂ, ਸਿਰਫ ਜ਼ਖਮ ਸਹਿਣ ਦੀ ਆਦਤ ਪੈ ਜਾਂਦੀ ਹੈ, ਪਰ ਉਹਦੇ 'ਤੇ ਇੱਕ ਵਿਚਾਰ ਚਰਚਾ ਜ਼ਰੂਰ ਤੁਰਦੀ ਹੈ। ਅਤੇ ਚੰਡੀਗੜ੍ਹ ਦੇ ਸੈਕਟਰ 28 ਸਥਿਤ ਸ਼੍ਰੀ ਗੁਰੂ ਸਿੰਘ ਸਭਾ ਕੇਂਦਰ ਵਿੱਚ ਇੱਕ ਵਿਚਾਰ ਚਰਚਾ ਹੋਈ ਕਿ ਉਹ ਕਤਲੇਆਮ ਕਿਉਂ ਹੋਇਆ ਜਾਂ ਕਿਸ ਤਰ੍ਹਾਂ ਹੋਇਆ, ਕਿਹੜੇ ਕਾਰਨ ਸੀ, ਅਤੇ ਅੱਗੇ ਤੋਂ ਕੀ ਕੀਤਾ ਜਾ ਸਕਦਾ ਹੈ ਕਿ ਮਨੁੱਖ ਦੀ ਬਿਹਤਰੀ ਲਈ, ਕਿ ਮਨੁੱਖ ਜਾਨਵਰ ਨਾ ਬਣੇ। ਅਤੇ ਇਸ ਚਰਚਾ ਵਿੱਚ ਪਹੁੰਚੇ ਹੋਏ ਨੇ ਦਿੱਲੀ ਤੋਂ, ਜੋ ਪਿੱਛੋਂ ਤਾਂ ਪੰਜਾਬੀ ਹੀ ਨੇ, ਗੁਰਿੰਦਰ ਆਜ਼ਾਦ ਜੀ, TV ਪੰਜਾਬ ਦੇ ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਿੰਦਰ ਆਜ਼ਾਦ ਜੀ, ਤੁਸੀਂ ਕੀ ਸੋਚਦੇ ਹੋ ਕਿ ਉਹ ਜੋ ਕਤਲੇਆਮ ਸੀ 1984 ਦਾ, ਅਤੇ ਉਸ ਤੋਂ ਬਾਅਦ ਵੀ ਮੁਲਕ ਵਿੱਚ ਕੁਝ ਖਾਸ ਫਿਰਕਿਆਂ ਦੇ ਵਿਰੁੱਧ ਕਦੇ ਨਾ ਕਦੇ ਕੁਝ ਨਾ ਕੁਝ ਇਹੋ ਜਿਹਾ ਹੁੰਦਾ ਹੀ ਰਹਿੰਦਾ ਹੈ, ਪਰ 1984 ਵਾਲਾ ਬਹੁਤ ਭਿਆਨਕ ਸੀ ਕਿਉਂਕਿ ਉਹ ਕੁਝ ਹੋਰ ਸਟੇਟਾਂ ਵਿੱਚ, ਵੱਡੇ ਸ਼ਹਿਰਾਂ ਵਿੱਚ ਵਾਪਰਿਆ ਸੀ, ਜਿੱਥੋਂ ਸਿੱਖਾਂ ਨੂੰ ਬੇਗਾਨਗੀ ਦਾ ਬਹੁਤ ਤਿੱਖਾ ਅਹਿਸਾਸ ਹੋਇਆ ਸੀ। ਤੁਸੀਂ ਇਹਦੇ ਬਾਰੇ ਕਿਵੇਂ ਸੋਚਦੇ ਹੋ? ਪਹਿਲੀ ਗੱਲ ਤਾਂ ਇਹ ਹੈ ਕਿ 1984 ਤੋਂ ਪਹਿਲਾਂ ਹੀ ਇੱਕ 1978 ਤੋਂ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਆਪਣੇ 13 ਸਿੱਖ ਅੰਮ੍ਰਿਤਸਰ ਦੇ ਵਿੱਚ ਜਿਹੜਾ ਸੀਗਾ ਵਿਸਾਖੀ ਦਾ ਜਿਹੜਾ ਇੱਕ ਉਹ ਮਾਮਲਾ ਹੈਗਾ, ਉਸ ਤੋਂ ਬਾਅਦ ਧਰਮ ਮੋਰਚਾ ਲੱਗਦਾ ਹੈਗਾ ਅਤੇ ਆਪਣੇ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਜਿਸ ਨੂੰ ਕਿ ਇੰਦਰਾ ਗਾਂਧੀ ਨੇ ਐਕਸੈਪਟ ਕੀਤਾ ਸੀਗਾ, ਲੇਕਿਨ ਬਾਅਦ ਜਾ ਕੇ ਮੁੱਕਰ ਗਏ ਉੱਥੇ। ਅਤੇ ਇਸ ਤੋਂ ਬਾਅਦ ਜਿਹੜਾ ਹੈਗਾ ਫਿਰ ਦਰਬਾਰ ਸਾਹਿਬ 'ਤੇ ਹਮਲਾ ਹੋਣਾ। ਦਰਬਾਰ ਸਾਹਿਬ ਜਿਹੜਾ ਹੈਗਾ ਇੱਕ ਬਹੁਤ ਹੀ ਜ਼ਿਆਦਾ ਵੱਡਾ ਸਥਾਨ ਹੈ, ਨਾ ਕੇਵਲ ਸਿੱਖਾਂ ਦੇ ਵਿੱਚ ਬਲਕਿ ਬਾਕੀ ਜਿਹੜੇ ਹੋਰ ਕੌਮਾਂ ਇੱਥੇ ਵਸਦੀਆਂ ਨੇ ਉਹਨਾਂ ਲਈ ਵੀ। ਅਤੇ ਉਹਦਾ ਹੋਣਾ, ਅਤੇ ਉਸ ਤੋਂ ਬਾਅਦ ਮੈਨੂੰ ਲੱਗਦਾ ਕਿ ਜਿਹੜਾ ਇਹ ਰਿਸਪੌਂਸ ਦਿੱਤਾ ਹੈਗਾ ਸਿੱਖਾਂ ਨੇ, ਦੋ ਬਿਆਨ ਸਿੰਘ ਸਤਵੰਤ ਸਿੰਘ ਜੀ ਨੇ, ਅਤੇ ਉਸ ਤੋਂ ਬਾਅਦ ਮੈਨੂੰ ਲੱਗਦਾ ਕਿ ਬ੍ਰਾਹਮਣ ਐਮਪੀਰੀਅਲਿਜ਼ਮ ਜਿਹੜਾ ਹੈਗਾ ਉਸ ਨੂੰ ਉਹਨੇ ਇਸ ਤਰ੍ਹਾਂ ਦਾ ਕੁਝ ਆਨਸਰ ਕਦੇ ਵੀ ਰਿਸਪੌਂਸ ਕਦੇ ਐਕਸੈਪਟ ਨਹੀਂ, ਕਦੇ ਤਸੱਵਰ ਨਹੀਂ ਕੀਤਾ ਸੀਗਾ। ਅਤੇ ਇਸ ਕਰਕੇ ਉਹਨਾਂ ਨੂੰ ਲੱਗਾ ਕਿ ਉਹਨਾਂ ਨੂੰ ਥੋੜ੍ਹਾ ਲੈਸਨ ਸਿਖਾਇਆ ਜਾਣਾ ਚਾਹੀਦਾ। ਅਤੇ ਸਾਨੂੰ ਪਤਾ ਕਿ ਜਦੋਂ ਇੰਦਰਾ ਗਾਂਧੀ ਦਾ ਸੰਸਕਾਰ ਚੱਲ ਰਿਹਾ ਸੀਗਾ, ਉੱਥੇ ਹੀ ਮਤਲਬ ਹੈ ਖੂਨ ਕਾ ਬਦਲਾ ਖੂਨ, ਇਹ ਸਾਰੀ ਚੀਜ਼ਾਂ ਹੋਈਆਂ। ਕਿਸ ਤਰ੍ਹਾਂ ਜਿਹੜਾ ਹੈਗਾ ਵਾਈਟ ਪਾਊਡਰ ਲਿਆਂਦਾ ਗਿਆ, ਕਿਸ ਤਰ੍ਹਾਂ ਸਾਰਾ ਮਸ਼ੀਨਰੀ ਜਿਹੜੀ ਹੈ ਐਕਟੀਵੇਟ ਹੋਈ, ਅਤੇ ਇਹ ਸਿੱਖਾਂ ਦਾ ਇਹ ਜਿਹੜਾ ਹੈਗਾ ਨਸਲਕੁਸ਼ੀ ਦਾ ਇੱਕ ਸ਼ੁਰੂ ਹੋਇਆ। ਅਤੇ ਉਹ ਇੱਕ ਨਾ ਕੇਵਲ ਉਹਨਾਂ ਨੂੰ ਮਾਰਨਾ ਸੀਗਾ, ਬਲਕਿ ਜਿਹੜੇ ਬਾਕੀ ਹੋਰ ਖਿੱਤਿਆਂ 'ਚ ਵਸਦੇ ਸਿੱਖ ਨੇ ਉਹਨਾਂ ਨੂੰ ਵੱਲੇ ਵੀ ਇੱਕ ਇਸ਼ਾਰਾ ਸੀਗਾ ਕਿ ਸਾਡੇ 'ਚ ਇੰਨੀ ਤਾਕਤ ਹੈ, ਅਸੀਂ ਇਹ ਕਰ ਸਕਦੇ ਹਾਂ। ਅਤੇ ਦੂਜੀ ਗੱਲ ਇਹ ਕਿ ਮਤਲਬ ਜੇਕਰ ਤੁਸੀਂ ਸਾਡੇ ਅਧੀਨਗੀ ਕਬੂਲ ਕਰ ਲਓ ਤਾਂ ਹੀ ਤੁਹਾਨੂੰ ਅਸੀਂ ਛੱਡਾਂਗੇ। ਤਾਂ ਇਹ ਇੱਕ ਉਹਨਾਂ ਦਾ ਸੋਚ ਸੀਗੀ। ਉਸ ਵੇਲੇ ਜਿਸ ਤਰ੍ਹਾਂ ਸਟੇਟ ਦਾ ਜੋ ਵਰਤਾਓ ਸੀ, ਜਿਸ ਤਰ੍ਹਾਂ ਸਟੇਟ ਨੇ ਆਪਣੀ ਭੂਮਿਕਾ ਨਹੀਂ ਨਿਭਾਈ ਜੋ ਬਣਦੀ ਸੀ, ਜੋ ਸਟੇਟ ਨੇ ਉਹਨਾਂ ਦੇ ਆਪਣੇ ਲੋਕਾਂ ਦੀ ਰਾਖੀ ਲਈ ਆਉਣਾ ਸੀ, ਜਿਨ੍ਹਾਂ ਨੂੰ ਵਿਕਟਮ ਬਣਾਇਆ ਜਾ ਰਿਹਾ ਸੀ, ਤੁਸੀਂ ਕੀ ਮੰਨਦੇ ਹੋ ਸਟੇਟ ਦੀ ਇਹ ਚੁੱਪ ਇਸ ਸਾਰੇ ਕਤਲੇਆਮ ਲਈ ਸਹਿਮਤੀ ਸੀ? ਦੇਖੋ ਫੈਕਟਸ ਹੈ ਸਾਡੇ ਸਾਹਮਣੇ, ਅਸੀਂ ਆਪਣੇ ਵੱਲੋਂ ਤਾਂ ਕੁਝ ਕਹਿੰਦੇ ਨਹੀਂ ਹੈਗੇ, ਕਿਉਂਕਿ ਰਾਜੀਵ ਗਾਂਧੀ ਨੇ ਕਿਹਾ ਸੀਗਾ, ਹੁਣ ਤਾਂ ਉਹ ਵੀਡੀਓ ਵੀ ਆ ਗਿਆ ਕਿ ਕੋਈ ਵੱਡਾ ਪੇੜ ਗਿਰਦਾ ਹੈਗਾ ਤਾਂ ਧਰਤੀ ਕੰਬਦੀ ਹੈਗੀ ਹੈ। ਇਹਦਾ ਸਿੱਧਾ ਇੱਕ ਉਹ ਨਿਕਲਦਾ ਹੈਗਾ ਕਿ ਜੋ ਕੁਝ ਹੋਇਆ ਹੈਗਾ ਇਹਦੇ 'ਚ ਕੋਈ ਅਤਕਥਨੀ ਨਹੀਂ ਹੈ ਜਾਂ ਕੋਈ ਅੱਲੋਕਾਰੀ ਘਟਨਾ ਨਹੀਂ ਹੋਈ, ਇਹ ਤਾਂ ਹੋਣੀ ਸੀਗੀ। ਵੱਡਾ ਪੇੜ ਸੀਗਾ, ਉਹ ਗਿਰ ਗਿਆ ਸੀਗਾ ਤਾਂ ਮਰ ਗਏ ਤਾਂ ਕੋਈ ਗੱਲ ਨਹੀਂ, ਜਾਂ ਮਾਰ ਦਿੱਤੇ ਗਏ ਤਾਂ ਕੋਈ ਗੱਲ ਨਹੀਂ ਹੈਗੀ ਹੈ। ਇਹ ਤਾਂ ਸਿੱਧਾ ਹੀ ਹੁਣ ਇੱਕ ਪ੍ਰਾਈਮ ਮਿਨਿਸਟਰ ਜਿਹੜਾ ਹੁੰਦਾ ਉਹ ਇੱਕ ਕਿਸੇ ਫਿਰਕੇ ਦਾ ਜਾਂ ਇੱਕ ਕਿਸੇ ਉਹਦਾ ਨਹੀਂ ਹੁੰਦਾ, ਉਹ ਪੂਰੇ, ਜੇਕਰ ਭਾਰਤ ਇੱਕ ਦੇਸ਼ ਹੈ ਅਤੇ ਉਹ ਦੇਸ਼ ਦੇ ਪ੍ਰਾਈਮ ਮਿਨਿਸਟਰ ਨੇ ਤਾਂ ਉਹਨਾਂ ਦੀ ਉਹ ਸਾਰੇ ਦੇ ਸਾਰੇ ਜਿੰਨੇ ਉੱਥੇ ਲੋਕ ਵਸਦੇ ਨੇ, ਉੱਥੇ ਦੇ ਨਾਗਰਿਕ ਹੈਗੇ ਨੇ, ਉਹਨਾਂ ਦੇ ਵੀ ਪ੍ਰਾਈਮ ਮਿਨਿਸਟਰ ਹੈਗੇ ਨੇ। ਲੇਕਿਨ ਉਹਨਾਂ ਦੇ ਇਸ ਕਥਨ ਨੇ ਜਿਹੜਾ ਹੈਗਾ ਉਹ ਸਾਫ਼ ਕੀਤਾ ਕਿ ਅਸੀਂ ਤੁਹਾਡੇ ਨਾਲ ਨਹੀਂ ਹੈਗੇ, ਅਸੀਂ ਸਿੱਖਾਂ ਦੇ ਨਾਲ ਨਹੀਂ ਹੈਗੇ, ਅਸੀਂ ਜਿਹੜੇ ਕੌਮਾਂ ਨੂੰ ਅਸੀਂ ਅਧੀਨ ਰੱਖਣਾ ਹੈਗਾ ਉਹ ਸਾਡੇ ਅਧੀਨ ਜੇਕਰ ਰਹਿਣਗੀਆਂ ਤਾਂ ਹੀ ਅਸੀਂ ਉਹਨਾਂ ਨਾਲ
ਥੋੜ੍ਹਾ ਬਹੁਤਾ ਅਸੀਂ ਉਹਨਾਂ ਨਾਲ ਨਿਆਂ ਕਰਾਂਗੇ। ਨਹੀਂ ਤਾਂ ਜੋ ਹੋਇਆ ਹੈਗਾ ਉਹ ਸ਼ਾਇਦ ਅੱਗੇ ਵੀ ਹੋਏਗਾ ਤੇ ਹੋਇਆ ਵੀ ਹੈ ਅੱਗੇ। ਬਿਲਕੁਲ ਜਿਸ ਤਰ੍ਹਾਂ ਉਸ ਵੇਲੇ ਹੋਇਆ ਜੋ ਕੁਝ ਵੀ ਹੋਇਆ ਤੇ ਉਸ ਤੋਂ ਬਾਅਦ ਕਾਂਗਰਸ ਨੂੰ ਕੱਲਾ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ, ਜਦ ਕਿ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਹੋਰਾਂ ਨੇ ਆਪਣੀ ਕਿਤਾਬ ਵਿੱਚ ਇਸ ਦਾ ਜ਼ਿਕਰ ਕੀਤਾ ਹੈ ਕਿ ਉਹਨਾਂ ਨੇ ਸ਼੍ਰੀਮਤੀ ਇੰਦਰਾ ਗਾਂਧੀ 'ਤੇ ਜ਼ੋਰ ਪਾਇਆ ਕਿ ਸਿੱਖਾਂ ਨੂੰ ਭਾਵੇਂ ਨੱਥ ਪਾਈ ਜਾਵੇ ਕਹਿ ਲਓ, ਜਾਂ ਕਹਿ ਲਓ ਕਿ ਹਰਿਮੰਦਰ ਸਾਹਿਬ 'ਤੇ ਹਮਲਾ ਕਰਨ ਦੀ ਉਹੋ ਜਿਹੀ ਹੋਈ ਭਾਸ਼ਾ ਹੈ ਉਹ। ਅਤੇ ਸ਼੍ਰੋਮਣੀ ਅਕਾਲੀ ਦਲ BJP ਨਾਲ ਭਾਈਵਾਲ ਰਿਹਾ ਅਤੇ ਸ਼੍ਰੀ ਅਟਲ ਬਿਹਾਰੀ ਵਾਜਪਾਈ ਨੇ ਹੀ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਉਸ ਵੇਲੇ ਦੁਰਗਾ ਦਾ ਲਕਬ ਦਿੱਤਾ ਸੀ। ਅਤੇ ਕੀ ਤੁਸੀਂ ਮੰਨਦੇ ਹੋ ਵੀ ਉਹ ਸਾਰੀਆਂ ਧਿਰਾਂ ਹੀ ਸਿਆਸੀ ਧਿਰਾਂ ਹੀ ਇਸ ਵਿੱਚ ਸ਼ਾਮਲ ਸਨ ਇਸ ਕਤਲੇਆਮ 'ਚ? ਇੰਨੇ ਬਲੈਕ ਐਂਡ ਵਾਈਟ ਦੇ ਵਿੱਚ ਤਾਂ ਇਸ ਨੂੰ ਨਹੀਂ ਦੇਖਿਆ ਜਾ ਸਕਦਾ, ਲੇਕਿਨ ਇੰਨਾ ਜ਼ਰੂਰ ਹੈਗਾ ਕਿ ਜਿਸ ਤਰ੍ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਹੈਗੀ ਹੈ ਤਾਂ ਇਸ ਤੋਂ ਪਹਿਲਾਂ ਉਹਨਾਂ ਦਾ ਲੰਬਾ ਇਤਿਹਾਸ ਹੈ। 1920 ਤੋਂ ਬਾਅਦ ਅਸੀਂ ਜੇਕਰ ਆਪਾਂ ਉਸ ਨੂੰ ਇਸ ਰੂਪ 'ਚ ਦੇਖੀਏ ਕਿ ਉਹ ਪੰਜਾਬ ਦੀ ਜਿਹੜੀਆਂ ਕਦਰਾਂ ਕੀਮਤਾਂ ਜਾਂ ਫਿਰ ਪੰਜਾਬ ਦਾ ਜਿਹੜੇ ਹਿੱਤ ਹੈਗੇ ਨੇ ਉਹਨਾਂ ਦੀ ਰਾਖੀ ਕਰਦੇ ਹੋਏ ਸਾਨੂੰ ਦਿਖਦੇ ਨੇ। ਸੂਬਾ ਲਹਿਰ ਚੱਲਦੀ ਹੈ, ਬਹੁਤ ਕੁਝ ਅੱਗੇ ਹੁੰਦਾ ਹੈ, ਲੇਕਿਨ ਕਿਉਂਕਿ ਟ੍ਰਾਂਸਫਰ ਆਫ ਪਾਵਰ ਹੋ ਚੁੱਕਿਆ ਸੀਗਾ ਤੇ ਇੱਥੇ ਹੁਣ ਜਿਹੜੀ ਹੈਗੀ ਹੈ ਇੱਕ ਗਾਂਧੀ ਡਾਇਨੈਸਟੀ ਦਾ ਜਿਹੜਾ ਰੂਲ ਚੱਲ ਰਿਹਾ ਸੀਗਾ, ਤਾਂ ਉਹਦੇ 'ਚ ਜਿਹੜਾ ਸਾਨੂੰ ਕੋਈ ਬਹੁਤਾ ਜ਼ਿਆਦਾ ਇਸ ਡਿਲੇਮਾ 'ਚੋਂ ਬਾਹਰ ਆਉਣਾ ਚਾਹੀਦਾ ਕਿ ਉਹ ਇੱਕ ਆਜ਼ਾਦੀ ਹੈਗੀ ਹੈ। ਤਾਂ ਉਹ ਜਦੋਂ ਹੈ ਹੀ ਨਹੀਂ ਆਜ਼ਾਦੀ ਤਾਂ ਕਦੇ ਵੀ ਰੀਜਨਲ ਪਾਰਟੀ ਜਦੋਂ ਅਕਾਲੀ ਦਲ ਰਹੀ ਹੈ ਤਾਂ ਉਹ ਕਦੇ ਚੋਣਾਂ ਜਿੱਤ ਨਹੀਂ ਸਕੀਆਂ। ਜਦੋਂ ਉਹਨਾਂ ਨੇ RSS ਨਾਲ ਜਿਹੜੀ ਹੈਗੀ ਹੈ ਜਾਂ BJP ਨਾਲ ਜਦੋਂ ਉਹਨਾਂ ਨੇ ਸਾਂਝ ਪਿਆਲੀ ਕੀਤੀ ਤਾਂ ਕਿਤੇ ਜਾ ਕੇ ਉਹ 90ਵਿਆਂ ਦੇ ਵਿੱਚ ਜਿਹੜਾ ਹੈਗਾ ਆਪਣਾ 5 ਸਾਲ ਦਾ ਟੈਨਿਓਰ ਪੂਰਾ ਕਰ ਸਕੀ ਪਹਿਲੀ ਵਾਰੀ। ਨਹੀਂ ਤਾਂ 68 69 ਜਦੋਂ ਵੀ ਉਹਨਾਂ ਦੀ ਸਰਕਾਰਾਂ ਬਣੀਆਂ 6 ਮਹੀਨੇ 1 ਸਾਲ ਤੋਂ ਵੱਧ ਉਹਨਾਂ ਦੀ ਸਰਕਾਰ ਚੱਲੀ ਨਹੀਂ ਹੈਗੀ ਹੈ। ਐਮਰਜੈਂਸੀ ਦਾ ਦੌਰ ਪੰਜਾਬ ਨੇ ਸਾਰੀ ਸਟੇਟਾਂ ਤੋਂ ਵੱਧ ਦਿਨ ਦਾ ਦੇਖਿਆ ਹੈਗਾ। ਤੇ ਜਿੱਥੋਂ ਤੱਕ ਸਿਰਫ ਇਕੱਲਾ ਇਹਨਾਂ ਨੂੰ ਦੋਸ਼ੀ ਦੇਣਾ ਹੈਗਾ ਕਾਂਗਰਸ ਨੂੰ ਤਾਂ ਉਹ ਤਾਂ ਹਾਸੋਹੀਣੀ ਗੱਲ ਹੈ, ਕਿਉਂਕਿ ਉਹਨਾਂ ਨੇ ਤਾਂ ਬਲਕਿ ਇੱਕ ਰੈਲੀ ਕੱਢੀ ਸੀਗੀ ਲਾਲ ਕ੍ਰਿਸ਼ਨ ਅਡਵਾਨੀ ਨੇ ਤੇ ਅਟਲ ਬਿਹਾਰੀ ਵਾਜਪਾਈ ਨੇ, ਜਿਹਦੇ 'ਚ ਉਹਨਾਂ ਨੇ ਸਾਫ਼ ਤੌਰ 'ਤੇ ਇਹ ਮੰਗ ਕੀਤੀ ਸੀਗੀ ਕਿ ਤੁਸੀਂ ਜਿਹੜਾ ਹੈਗਾ ਆਪਣੀ ਫੌਜਾਂ ਭੇਜੋ, ਪੰਜਾਬ ਦੇ ਵਿੱਚ ਫੌਜਾਂ ਭੇਜੋ। ਤੇ ਇਹਨਾਂ ਦਾ ਤਾਂ ਤੇ ਨਾਲੇ ਹੁਣ ਤਾਂ ਇਹ ਚੀਜ਼ਾਂ ਬਹੁਤ ਸਾਰੀਆਂ ਸਾਹਮਣੇ ਆ ਗਈਆਂ ਨੇ ਕਿ ਸੋਸ਼ਲ ਮੀਡੀਆ 'ਤੇ ਪੈ ਚੁੱਕੀਆਂ ਨੇ। ਇਹਦੇ 'ਚ ਕੋਈ ਹੁਣ ਲੋਕਾਂ ਨੂੰ ਸਭ ਨੂੰ ਪਤਾ ਹੈਗਾ ਕਿ RSS ਦੇ ਜਿਹੜੇ ਹੈਗੇ ਨੇ ਲੋਕਾਂ ਨੇ ਕਿਸ ਤਰ੍ਹਾਂ ਉਹ ਕੀਤਾ ਹੈਗਾ। ਤੇ ਸਾਨੂੰ ਲੋਕਾਂ ਨੂੰ ਇਹ ਵੀ ਪਤਾ ਹੈਗਾ ਕਿ RSS ਜਿਹੜੀ ਹੈਗੀ ਹੈ ਉਹ ਕਾਂਗਰਸ ਦੇ ਵਿੱਚੋਂ ਹੀ ਨਿਕਲ ਕੇ ਇੱਕ ਉਹ ਬਣੀ ਹੈਗੀ ਹੈ। ਤਾਂ ਉਹਦੇ 'ਚ ਕਾਂਗਰਸ ਤੇ ਸਾਡੇ ਜਿਹੜਾ ਬਹੁਜਨ ਮੂਵਮੈਂਟ ਹੈ ਜਿਹਦੇ 'ਚੋਂ ਮੈਂ ਆਉਂਦਾ ਹੈ ਉਹਦੇ 'ਚ ਇਹ ਗੱਲ ਆਮ ਆਖੀ ਜਾਂਦੀ ਹੈ ਕਿ ਇਹ ਦੋਨੋਂ ਇੱਕੋ ਹੀ ਨੇ। ਇਹਨਾਂ ਦੇ ਦੋ ਰੂਪ ਵੀ ਨਹੀਂ ਹੈਗੇ, ਇਨਫੈਕਟ ਇਹਨਾਂ ਦੇ ਇੱਕੋ ਰੂਪ ਨੇ। ਕਾਂਗਰਸ ਜੋ ਦਿਨ ਰਾਤ ਨੂੰ ਕਰਦੀ ਹੈ, RSS ਜਾਂ BJP ਉਹ ਦਿਨ ਨੂੰ ਕਰਦੀ ਹੈ। ਦੋਵਾਂ ਦੀ ਰਫ਼ਤਾਰ ਵਿੱਚ ਹੀ ਫਰਕ ਹੈ ਬਸ। ਦੋਨਾਂ ਦੀ ਰਫ਼ਤਾਰ 'ਚ ਵੀ ਫਰਕ ਨਹੀਂ। ਰਾਤ ਨੂੰ ਉਹ ਉਨੀ ਤੇਜ਼ੀ ਨਾਲ ਕੰਮ ਕਰਦੇ ਆ, ਉਹ ਦਿਨ ਨੂੰ ਉਨੀ ਤੇਜ਼ੀ ਨਾਲ ਕੰਮ ਕਰਦੇ ਆ। ਤੇ ਉਹ ਕਿਉਂਕਿ ਰਾਤ ਨੂੰ ਅਸੀਂ ਸੁੱਤੇ ਹੁੰਦੇ ਤਾਂ ਸਾਨੂੰ ਦਿਖਦਾ ਨਹੀਂ ਹੈਗਾ, ਦਿਨ ਵੇਲੇ ਜਾਗ ਰਹੇ ਹੁੰਦੇ ਤਾਂ BJP ਜੋ ਕਰਦੀ ਹੈ ਸਾਨੂੰ ਨਜ਼ਰ ਆਉਂਦਾ ਹੈਗਾ। ਅੱਛਾ, ਜਿਸ ਤਰ੍ਹਾਂ ਰਾਣਾ ਅਯੂਬ ਜੋ ਜਰਨਲਿਸਟ ਤਹਿਲਕਾ ਨਾਲ ਰਹੀ ਹੈ ਨਾ, ਉਹਦਾ ਕਹਿਣਾ ਆ ਕਿ ਜੇ 1984 ਦੇ ਕਤਲੇਆਮ ਵੇਲੇ ਨਿਆਂ ਮਿਲ ਜਾਂਦਾ, ਦੋਸ਼ੀਆਂ ਨੂੰ ਸਜ਼ਾਵਾਂ ਹੋ ਜਾਂਦੀਆਂ, ਤਾਂ 90ਵਿਆਂ ਵਿੱਚ ਤੇ ਫਿਰ ਅੱਗੇ ਜੋ 2002-03 ਵਿੱਚ ਜੋ ਦੰਗੇ ਹੋਏ ਵੱਖ-ਵੱਖ ਥਾਵਾਂ 'ਤੇ ਮੁਸਲਮਾਨਾਂ ਦੇ ਖਿਲਾਫ ਜਾਂ ਮੁਸਲਮਾਨਾਂ ਨਾਲ ਵਧੀਕੀਆਂ ਹੋਈਆਂ, ਇਹ ਕਦੀ ਵੀ ਨਾ ਹੁੰਦੀਆਂ। ਤੇ ਉਸ ਤੋਂ ਬਾਅਦ ਵੀ ਜਿਸ ਤਰ੍ਹਾਂ ਦੇਸ਼ ਵਿੱਚ ਵੱਖ-ਵੱਖ ਥਾਵਾਂ 'ਤੇ ਜਿਨ੍ਹਾਂ ਨੂੰ ਦੰਗਿਆਂ ਦਾ ਨਾਂ ਦਿੱਤਾ ਜਾਂਦਾ ਪਰ ਇੱਕ ਧਿਰ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਨੂੰ ਮਾਰਿਆ ਜਾਂਦਾ, ਅਜਿਹਾ ਕੁਝ ਨਾ ਹੁੰਦਾ। ਕੀ ਤੁਸੀਂ ਇਹ ਮੰਨਦੇ ਹੋ ਸਹੀ ਹੈ? ਤੇ ਹੁਣ ਇਸ ਵੇਲੇ ਜਿਹੋ ਜਿਹੀ ਬਲਦੀ ਦੇ ਬੂਥੇ ਮੁਲਕ ਆਇਆ ਹੋਇਆ ਤਾਂ ਤੁਸੀਂ ਲੋਕਾਂ ਨੂੰ ਕੀ ਸੁਝਾਅ ਦਿਓਗੇ? ਦੇਖੋ, ਇਹ ਤਾਂ ਰਾਣਾ ਅਯੂਬ ਦੀ ਇੱਕਦਮ ਸਹੀ ਗੱਲ ਹੈਗੀ ਹੈ ਕਿ ਜੇਕਰ 84 ਦਾ ਮਿਲਿਆ ਹੁੰਦਾ ਤਾਂ ਲੋਕਾਂ 'ਚ ਜਿਹੜਾ ਹੈਗਾ ਇੱਕ ਇਹ ਅਹਿਸਾਸ ਹੁੰਦਾ ਕਿ ਮਤਲਬ ਜੋ ਕਿ ਠੀਕ ਹੈ ਜਿਹੜੀ ਨਿਆਂਪਾਲਿਕਾ ਹੈਗੀ ਉਹ ਫੰਕਸ਼ਨ ਕਰ ਰਹੀ ਹੈ ਸਾਡੇ ਲਈ ਵੀ। ਇਹ ਨਹੀਂ ਹੈ ਕਿ ਸਾਨੂੰ ਜਿਹੜਾ ਇਗਨੋਰ ਕੀਤਾ ਜਾ ਰਿਹਾ ਹੈਗਾ। 2002 ਦਾ ਦੇਖੋ, ਉਹ ਵੀ ਮੈਂ ਕਹੂੰਗਾ ਕਿ ਮਤਲਬ ਭਾਰਤ ਇੱਕ ਬਹੁਤ ਡਾਈਵਰਸ, ਬਹੁਤ ਜ਼ਿਆਦਾ ਇੱਥੇ ਮਸਲੇ ਹੁੰਦੇ ਨੇ। ਤੇ ਇੱਕ ਗੁਜਰਾਤ ਨੂੰ ਵੀ ਜਿਹੜਾ ਹੈਗਾ ਇੱਕ ਐਕਸਪੈਰੀਮੈਂਟ ਸੈਂਟਰ ਦੇ ਤੌਰ ਦੇ ਉੱਤੇ, ਇੱਕ ਹੱਬ ਦੇ ਤੌਰ 'ਤੇ ਉਹਨਾਂ ਨੇ ਕੀਤਾ ਕਿ ਅਸੀਂ ਮੌਤਾਂ ਬੀਜ ਕੇ ਅਸੀਂ ਕਤਲ ਬੀਜ ਕੇ ਰਾਜ ਕਰ ਸਕਦੇ ਹਾਂ, ਫਸਲ ਲੈ ਸਕਦੇ ਹਾਂ ਰਾਜ ਦੀ। ਇਹ ਇੱਕ ਐਕਸਪੈਰੀਮੈਂਟ ਸੀਗਾ ਤੇ 2002 'ਚ ਉਹਨਾਂ ਨੇ ਜਿਹੜਾ ਕੀਤਾ ਹੈਗਾ। ਤੇ ਉਹਦੇ 'ਚ ਮੈਨੂੰ ਲੱਗਦਾ ਕਿ 84 ਦਾ ਮਾਮਲਾ ਤੇ ਇਸ ਦੇ ਮਾਮਲੇ 'ਚ ਥੋੜ੍ਹਾ ਜਿਹਾ ਫਰਕ ਹੈ, ਕਿਉਂਕਿ ਸਿੱਖਾਂ ਦਾ ਇੱਕ ਆਪਣੀ ਵਿਰਾਸਤ ਹੈਗੀ ਹੈ ਤੇ ਉਹ ਵਿਰਾਸਤ ਜਿਹੜੀ ਹੈ ਕਿ ਸਿੱਧੇ ਤੌਰ 'ਤੇ ਬ੍ਰਾਹਮਣਵਾਦ ਦੇ ਕਿਸੇ ਟਾਈਮ ਦੇ ਵਿੱਚ ਖਿਲਾਫ ਰਹੀ ਹੈ, ਕਿਉਂਕਿ ਉਹ ਸਿੱਧਾ ਅਟੈਕ ਹੈ। ਮੁਸਲਮਾਨਾਂ ਦੇ ਨਾਲ ਇਸ ਤਰ੍ਹਾਂ ਦਾ ਨਹੀਂ ਸੀਗਾ। ਮੁਸਲਮਾਨਾਂ
ਦੀ ਜਿਹੜੀ ਅਕਸਰ ਜਿਹੜੀ ਸ਼ਹਾਦਤ ਹੁੰਦੀ ਰਹੀ ਹੈ ਇੱਥੇ, ਉਹ ਆਮ ਤੌਰ ਤੇ ਰਾਜਨੀਤੀ ਦਾ ਇੱਕ ਹਿੱਸਾ ਹੁੰਦਾ। ਉਹ ਉਹਨਾਂ ਮੁਸਲਮਾਨਾਂ ਨੂੰ ਕੋਈ ਸਬਕ ਸਿਖਾਉਣ ਦੀ ਗੱਲ ਨਹੀਂ ਹੁੰਦੀ, ਕਿਉਂਕਿ ਉਹ ਬਹੁਤ ਹੀ ਜ਼ਿਆਦਾ ਉਹਨਾਂ ਨੂੰ ਪਤਾ ਹੈਗਾ ਕਿ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਰਹਿਣਾ ਹੈਗਾ। ਉਹਨਾਂ ਨੇ ਕਦੇ ਵੀ, ਤੁਸੀਂ ਦੇਖੋ, ਉਹ ਕਦੇ ਵੀ ਪਾਕਿਸਤਾਨ ਦਾ ਕਦੇ ਸਮਰਥਕ ਨਹੀਂ ਕਰਦੇ ਜਾਂ ਕਿਸੇ ਵੀ ਇਸ ਤਰ੍ਹਾਂ ਦੇ ਝਗੜੇ 'ਚ ਨਹੀਂ ਪੈਂਦੇ। ਬੜੇ ਆਪਣੇ ਕੰਮਾਂ 'ਚ ਲੱਗੇ ਰਹਿੰਦੇ ਨੇ, ਆਰਗੇਨਾਈਜ਼ ਹੋ ਕੇ ਰਹਿੰਦੇ ਨੇ ਤੇ ਆਪਣੇ ਨਮਾਜ਼ ਅਦਾ ਕਰਦੇ ਨੇ ਤੇ ਆਪਣਾ ਜੋ ਵੀ ਉਹਨਾਂ ਦੀ ਦਿਨਚਰਿਆ ਹੁੰਦੀ ਉਹ ਨਿਭਾਉਂਦੇ ਨੇ। ਸਿੱਖਾਂ ਦਾ ਮਾਮਲਾ ਇਸ ਤਰ੍ਹਾਂ ਦਾ ਨਹੀਂ ਸੀਗਾ। ਮੈਨੂੰ ਲੱਗਦਾ ਕਿ ਉਹ ਜਿਹੜੀ ਸੀਗੀ ਕਵਾਇਦ ਉਹ ਇਹ ਸੀਗੀ ਕਿ ਹਰ ਖਿੱਤੇ ਤੋਂ ਬ੍ਰਾਹਮਣਵਾਦ ਦੇ ਖਿਲਾਫ ਜਿੰਨੀ ਵੀ ਐਂਟੀ ਕਾਸਟ ਮੂਵਮੈਂਟਸ ਖੜੀਆਂ ਹੋ ਰਹੀਆਂ ਸੀਗੀਆਂ, ਉਹਨਾਂ ਨੂੰ ਜਿਹੜੀ ਹੈਗੀ ਆ ਉਹਨਾਂ ਨੂੰ ਠੱਲ ਪਾਉਣ ਦੇ ਲਈ ਇੱਕ ਤਰ੍ਹਾਂ ਦੇ ਨਾਲ ਜਵਾਬ ਦੇਣਾ ਹੁੰਦਾ, ਲੋਕਾਂ ਨੂੰ ਇੱਕ ਜਵਾਬ ਦੇਣਾ ਹੁੰਦਾ। ਤਾਂ ਉਹਨਾਂ ਨੇ ਗੋਦਰਾ ਕਰਕੇ ਦਿਖਾਇਆ ਤੇ ਤਾਂ ਕਿ ਹਿੰਦੂ ਮੁਸਲਿਮ ਬਾਈਨਰੀ ਕ੍ਰੀਏਟ ਕੀਤੀ ਜਾ ਸਕੇ। ਤਾਂ ਹਿੰਦੂ ਮੁਸਲਿਮ ਬਾਈਨਰੀ ਨਾਲ ਹੁੰਦਾ ਇਹ ਹੈ ਕਿ ਜਿਹੜਾ ਹਿੰਦੂ, ਭਾਵੇਂ ਉਹ ਦਲਿਤ ਹੋਵੇ, ਭਾਵੇਂ ਜਿਹੜਾ ਮਰਜ਼ੀ ਹੋਵੇ, OBC ਹੋਵੇ, ਭਾਵੇਂ ਟਰਾਈਬਲ ਹੋਵੇ, ਮਤਲਬ ਸਾਰਿਆਂ ਨੂੰ ਫੋਰਸਫੁਲੀ ਉਹਦੇ 'ਚ ਰੱਖਿਆ ਹੋਇਆ, ਹਿੰਦੂ ਨਹੀਂ ਹੈ। ਲੇਕਿਨ ਜੋ ਵੀ ਉਹ ਨੈਰੇਟਿਵ ਦੇ ਥੱਲੇ ਮੁਸਲਮਾਨ ਨੂੰ ਇੱਕ ਦੁਸ਼ਮਣ ਬਣਾ ਕੇ ਇੱਕ ਕਿਓਸ ਕ੍ਰੀਏਟ ਕੀਤਾ ਜਾਵੇ ਤੇ ਉਹ ਬੈਠ ਕੇ ਤਮਾਸ਼ਾ ਦੇਖਣ ਤੇ ਆਪਸ 'ਚ ਲੜਨ। ਘਾਟਾ ਦੋਨਾਂ ਨੂੰ ਹੋਣਾ ਹੈਗਾ ਤੇ ਸੱਤਾ 'ਚ ਉਹ ਜਾਣਗੇ, ਕਿਉਂਕਿ ਉਹਨਾਂ ਨੇ ਇਹ ਨੈਰੇਟਿਵ ਜਿਹੜਾ ਹੈਗਾ, ਦੇਖੋ ਨੈਰੇਟਿਵ ਤੇ ਰਾਜ ਹੁੰਦਾ ਹੈ। ਤਾਂ ਉਹਨਾਂ ਨੇ ਕਹਿਤਾ ਕਿ ਜਿਹੜੀ ਪਿਛਲੇ 6 ਸਾਲ ਦੇ ਵਿੱਚ ਸਾਨੂੰ ਸੁਣਨ ਨੂੰ ਮਿਲਿਆ ਕਿ ਇੱਥੇ ਜਿਹੜਾ ਹੈਗਾ ਮੁਸਲਮਾਨਾਂ ਦਾ ਰਾਜ ਹੋਊਗਾ, ਇੱਥੇ ਤਾਂ ਸਾਰਿਆਂ ਦੀ ਸੁੰਨਤ ਹੋਊਗੀ, ਇੱਥੇ ਤਾਂ ਪਤਾ ਨਹੀਂ ਕੀ ਹੋਊਗਾ। ਤਾਂ ਉਹਦੇ ਨਾਲ ਸੈਂਟੀਮੈਂਟਸ ਲੋਕਾਂ ਦੇ ਜਿਹੜੇ ਹੈਗੇ ਨੇ ਉਹ ਮਤਲਬ ਹੁੰਦੇ ਨੇ, ਜਜ਼ਬਾਤੀ ਹੁੰਦੇ ਨੇ ਲੋਕੀ, ਤੇ ਉਹ ਕੰਮ ਆਉਂਦੇ ਨੇ ਹਾਕਮ ਧਿਰਾਂ ਦੇ ਕਿ ਉਹਨਾਂ ਨੂੰ ਵੋਟ ਪਾ ਕੇ ਉਹ ਸੱਤਾ ਤੱਕ ਪਹੁੰਚਾ ਦੇਣ। ਮੈਨੂੰ ਲੱਗਦਾ ਕਿ ਇਹ ਇੱਕ ਬੜਾ ਵੱਡਾ ਹੋ ਸੀਗਾ। ਬਟ ਰਾਣਾ ਅਯੂਬ ਜੀ ਨੇ ਜੋ ਕਿਹਾ ਹੈਗਾ ਤੇ ਜਿਹੜੀ ਉਹਨਾਂ ਨੇ ਲੰਬੀ ਲੜਾਈ ਲੜੀ ਵੀ ਹੈਗੀ ਹੈ, ਅਮਿਤ ਸ਼ਾਹ ਨੂੰ ਉਹਨਾਂ ਨੇ ਅੰਦਰ ਤੱਕ ਪਹੁੰਚਾਤਾ ਸੀਗਾ। ਠੀਕ ਹੈ, ਉਹ ਜਿਵੇਂ ਵੀ ਬਾਹਰ ਆਏ ਉਹਦਾ ਸਿਸਟਮ ਹੈ, ਲੇਕਿਨ ਉਹ ਇੱਕ ਲੰਬੀ ਲੜਾਈ ਲੜੀ ਹੈ। ਤਾਂ ਉਹਨਾਂ ਦਾ ਇਹ ਕਹਿਣਾ ਬਿਲਕੁਲ ਵਾਜਿਬ ਹੈ, ਲੇਕਿਨ ਮੈਂ ਇਹ ਨਹੀਂ ਕਹੂੰਗਾ ਕਿ ਵਾਜਿਬ ਨਹੀਂ ਹੈ ਕਿ ਜੇਕਰ 84 ਦਾ ਹੁੰਦਾ ਤਾਂ ਨਿਆਂ ਮਿਲਦਾ ਤਾਂ ਡੈਫੀਨੇਟਲੀ ਉਹ ਤਾਂ ਕਾਂਗਰਸ ਨੇ ਕੀਤਾ ਸੀ, ਇਹ ਤਾਂ ਸਾਰਾ BJP ਦੀ ਖੇਡ ਸੀਗੀ। ਤਾਂ ਡੈਫੀਨੇਟਲੀ 2002 ਸ਼ਾਇਦ ਨਾ ਹੁੰਦਾ। ਲੋਕਾਂ ਲਈ ਤੁਸੀਂ ਇਸ ਵੇਲੇ, ਕਿਉਂਕਿ ਸਫ਼ਰ ਸਾਰੇ ਲੋਕ ਕਰਦੇ ਨੇ, ਕੋਈ ਇਹੋ ਜਿਹਾ ਦਾ ਪੇਚ ਖੇਡਦੀ ਹੈ ਲੋਕਾਂ ਨੂੰ ਲੜਵਾਉਣ ਦਾ, ਕਿਸੇ ਖਾਸ ਭਾਈਚਾਰੇ ਨੂੰ ਮਰਵਾਉਣ ਦਾ, ਉਹਨਾਂ ਤੇ ਹਮਲੇ ਕਰਵਾਉਣ ਦਾ, ਤਾਂ ਉਹਦੇ ਨਾਲ ਵਲਨਰੇਬਲ ਹੈ ਹਰ ਆਮ ਮਨੁੱਖ ਹੁੰਦਾ, ਚਾਹੇ ਉਹ ਕਿਸੇ ਧਰਮ ਭਾਈਚਾਰੇ ਨਾਲ ਸੰਬੰਧਿਤ ਹੋਵੇ। ਤੇ ਇੱਥੇ ਤੁਸੀਂ ਲੋਕਾਂ ਨੂੰ ਕੀ ਸੁਨੇਹਾ ਦਿਓਗੇ, ਜਾਂ ਕਿਹੋ ਜਿਹਾ ਏਜੰਡਾ ਕੋਈ ਸਿਆਸੀ ਉਹਨਾਂ ਕੋਲੇ ਹੋਣਾ ਚਾਹੀਦਾ, ਜਾਂ ਉਹ ਕੀ ਕਰਨ? ਦੇਖੋ, ਸਭ ਤੋਂ ਪਹਿਲੀ ਗੱਲ ਤਾਂ ਇਹੀ ਹੈ, ਮੈਨੂੰ ਲੱਗਦਾ ਕਿ ਆਪਣੀ ਸਟੇਟ ਦੇ ਵਿੱਚ ਪਰ ਸਾਰੇ ਭੈਣਾਂ ਭਰਾਵੋ ਆਪਣੀ ਭਾਸ਼ਾ ਤੁਹਾਡੀ ਹੈਗੀ, ਆਪਣੀ ਜਿਹੜੀ ਸੰਸਕ੍ਰਿਤੀ ਹੈ, ਜਿਹੜੀ ਤੁਹਾਡੇ ਲੋਕ ਗੀਤ ਹੈਗੇ ਨੇ, ਜਿਹੜੀ ਤੁਹਾਡੀ ਫਸਲਾਂ ਜਦੋਂ ਤੁਸੀਂ ਬੀਜਦੇ ਹੋ, ਵੱਢਦੇ ਹੋ, ਗੀਤ ਪੈਦਾ ਹੁੰਦੇ ਨੇ, ਉਹਨਾਂ ਨੂੰ ਆਪਣਾ ਸੰਭਾਲੋ। ਕਿਉਂਕਿ ਇੱਥੇ ਹਿੰਦੀ ਇੰਪੀਰੀਅਲਿਜ਼ਮ ਜਿਹੜਾ ਹੈਗਾ, ਬ੍ਰਾਹਮਣ ਇੰਪੀਰੀਅਲਿਜ਼ਮ ਹੀ ਹੁੰਦਾ, ਉਹ ਸਾਰੇ ਹਾਵੀ ਹੁੰਦਾ ਜਾ ਰਿਹਾ। ਤੇ ਇਹਦੇ 'ਚ ਘਾਟਾ ਜਿਹੜਾ ਪੈਣਾ ਹੈਗਾ ਉਹ ਇਨਸਾਨੀਅਤ ਨੂੰ ਪੈਣਾ ਹੈਗਾ, ਸਾਡੀ ਵਿਰਾਸਤ ਨੂੰ ਪੈਣਾ ਹੈਗਾ। ਤੇ ਉਸ ਤੋਂ ਬਿਨਾਂ ਤਾਂ ਸਾਡੀ ਗੱਡੀ ਨਹੀਂ ਚੱਲਣੀ ਹੈਗੀ। ਅਸੀਂ ਤਾਂ ਮਤਲਬ ਇੰਨੇ ਜ਼ਿਆਦਾ ਵਲਨਰੇਬਲ ਹੋ ਜਾਵਾਂਗੇ ਕਿ ਬਹੁਤ ਸਾਰੀ ਜਾਨਾਂ ਦੇਣ ਤੋਂ ਬਾਅਦ ਵੀ ਅਸੀਂ ਕੁਝ ਹਾਸਲ ਨਹੀਂ ਕਰ ਸਕਾਂਗੇ ਜੇਕਰ ਅਸੀਂ ਆਪਣੀ ਵਿਰਾਸਤ ਨੂੰ ਨਹੀਂ ਫੜਿਆ। ਵਿਰਾਸਤ ਤੋਂ ਮਤਲਬ ਹੈ ਤੁਹਾਡਾ ਕਿ ਇਹ ਸਾਡੀ ਹਿਸਟਰੀ ਰੀਡੂ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਜਿਹੜਾ ਨਵੇਂ ਸਿਰਿਓਂ ਆਪਣੇ ਹੱਕ 'ਚ ਲਿਖਣ ਦੀ ਯਤਨ ਕੀਤੀ ਜਾ ਰਹੀ ਹੈ ਸਟੇਟ ਵੱਲੋਂ। ਦੇਖੋ, ਇਹ ਤਾਂ ਅੱਜ ਦੀ ਨਹੀਂ ਗੱਲ ਹੈਗੀ ਹੈ। ਇਹ ਕਵਾਇਦ ਤਾਂ ਪਤਾ ਨਹੀਂ ਕਦੋਂ ਦੀ ਚੱਲ ਰਹੀ ਹੈਗੀ ਹੈ ਕਿ ਤੁਹਾਡੀ ਹਿਸਟਰੀ, ਤੁਹਾਡੇ ਗੀਤ ਸੰਗੀਤ, ਤੁਹਾਡੀ ਹਰ ਚੀਜ਼ ਨੂੰ ਐਪਰੋਪਰੀਏਟ ਕਰਦੇ ਨੇ ਇਹ। ਹੁਣ ਅੱਜ ਉਹਦੇ 'ਚ ਗੱਲ ਹੋ ਰਹੀ ਸੀਗੀ, ਪ੍ਰੋਫੈਸਰ ਗਰਗ ਬੋਲ ਰਹੇ ਸੀਗੇ ਕਿ ਬਾਬਰੀ ਮਸਜਿਦ ਦੇ ਜਿਹੜਾ ਵਰਡਿਕਟ ਹੈਗਾ ਉਸ ਦੇ ਵਿੱਚ ਜਿਹੜਾ ਹੈਗਾ ਇਹ ਗੱਲ ਆਖੀ ਗਈ ਹੈ ਕਿ ਬਾਬਾ ਨਾਨਕ ਜਿਹੜਾ ਹੈਗਾ ਉਹ ਰਾਮ ਮੰਦਿਰ, ਮੈਂ ਉੱਥੇ ਰਾਮ ਜਨਮ ਭੂਮੀ ਦੇ ਉੱਤੇ ਦਰਸ਼ਨ ਕਰਨ ਆਇਆ ਸੀਗਾ। ਇਹ ਨੈਰੇਟਿਵ ਦਾ ਜਿਹੜੇ ਹੈਗੇ ਨੇ, ਨੈਰੇਟਿਵ ਦੇ ਦਮ 'ਤੇ ਇਹ ਰਾਜ ਕਰਦੇ ਨੇ, ਝੂਠ ਬਹੁਤ ਬੋਲਦੇ ਨੇ, ਬੇਸ਼ੁਮਾਰ ਬੋਲਦੇ ਨੇ। ਸਾਨੂੰ ਇਹਨੂੰ ਫੜਨ ਦੀ ਜਾਂਚ ਆਉਣੀ ਚਾਹੀਦੀ ਹੈ। ਤਾਂ ਇਹਦੇ ਲਈ ਨਾ ਬਹੁਤ ਸਾਰੇ ਸਾਨੂੰ ਇੰਸਟੀਟਿਊਸ਼ਨ ਚਾਹੀਦੇ ਨੇ, ਕਿਉਂਕਿ ਲੋਕੀ ਕੰਮ 'ਤੇ ਜਾਂਦੇ ਨੇ, ਉਹਨਾਂ ਨੇ ਆਪਣਾ ਪੇਟ ਵੀ ਭਰਨਾ, ਉਹਨਾਂ ਨੇ ਆਪਣੇ ਬੱਚਿਆਂ ਨੂੰ, ਲੇਕਿਨ ਇੰਸਟੀਟਿਊਸ਼ਨ ਜਦੋਂ ਬਣਦੇ ਹੈਗੇ ਨੇ, ਤਾਂ ਇੰਸਟੀਟਿਊਸ਼ਨ ਜਦੋਂ ਲੋਕ ਜਾਂਦੇ ਨੇ ਤਾਂ ਵਿਚਾਰਾਂ ਸਾਂਝੀਆਂ ਹੁੰਦੀਆਂ, ਤਾਂ ਲੋਕੀ ਅਪਡੇਟ ਹੁੰਦੇ ਨੇ। ਤਾਂ ਇਹ ਤੁਹਾਡਾ ਚੈਨਲ ਜਿਹੜੇ ਹੈਗਾ ਜਾਂ ਹੋਰ ਇਸ ਤਰ੍ਹਾਂ ਦੀ ਬਹੁਤ ਸਾਰੀ ਚੀਜ਼ਾਂ ਹੈਗੀਆਂ, ਇਹ ਵੀ ਇੰਸਟੀਟਿਊਸ਼ਨਸ ਹੈਗੀਆਂ ਨੇ। ਮੈਨੂੰ ਲੱਗਦਾ ਕਿ ਇਹਨਾਂ ਦੀ ਬਹੁਤ ਵੱਡੀ ਮਹੱਤਤਾ ਹੈਗੀ ਹੈ ਇਸ ਚੀਜ਼ ਨੂੰ ਐਸਟੈਬਲਿਸ਼ ਕਰਨ ਦੇ ਵਿੱਚ ਕਿ ਫਾਈਨਲੀ ਸਾਨੂੰ ਇਨਸਾਨੀਅਤ ਚਾਹੀਦੀ ਹੈ, ਸਾਨੂੰ ਇਨਸਾਨੀਅਤ ਪ੍ਰਸਤ ਲੋਕ ਚਾਹੀਦੇ ਨੇ। ਸਾਨੂੰ ਇਸ ਤਰ੍ਹਾਂ ਦੇ ਹਾਕਮ ਧਿਰਾਂ ਨਹੀਂ ਚਾਹੀਦੀਆਂ ਜਿਹੜੇ ਕਿ ਸਾਨੂੰ ਇਹ ਦੱਸਣ ਕਿ ਦੂਜੇ ਨੂੰ ਮਾਰਨਾ ਜਿਹੜਾ ਹੈਗਾ ਉਹ ਇੱਕ ਬਹੁਤ ਚੰਗਾ ਨੇਕ ਪੁੰਨ ਦਾ ਕੰਮ ਹੈ, ਜਿਸ ਤਰ੍ਹਾਂ ਕਿ ਅੱਜ ਹੋ ਰਿਹਾ ਹੈਗਾ। ਮੈਨੂੰ ਲੱਗਦਾ ਕਿ ਸਾਡੀ ਵਿਰਾਸਤ, ਸਾਡੀ ਇਨਸਾਨੀਅਤ, ਸਿੱਖਿਆ ਜਿਹੜੀ ਹੈਗੀ ਹੈ, ਇਹ ਸਿੱਖਿਆ ਜਿਹੜੀ ਦਿੱਤੀ ਜਾ ਰਹੀ ਹੈ, ਇਹ ਸਿੱਖਿਆ ਨਹੀਂ ਹੈ। ਇਹ ਸਿੱਖਿਆ ਵਪਾਰਕ ਸਿੱਖਿਆ ਹੈਗਾ। ਇਹ ਸਿਰਫ ਤੁਹਾਨੂੰ ਨੌਕਰੀ ਦੇਵੇਗੀ, ਇਹ ਤੁਹਾਨੂੰ ਕੋਈ ਵੈਲਿਊ ਸਿਸਟਮ ਤੁਹਾਡੇ 'ਚ ਪਾਉਣ ਵਾਲੀ ਨਹੀਂ ਹੈਗੀ ਹੈ। ਡੌਗ ਰੇਸ ਬਣ ਚੁੱਕੀ ਹੈ।
ਇੱਕ ਬੰਦਾ ਦੂਜੇ ਦਾ ਗਲਾ ਕੱਟ ਕੇ ਹੀ ਅੱਗੇ ਵੱਧ ਸਕਦਾ ਹੈ, ਇਸ ਤਰ੍ਹਾਂ ਦੀ ਥਿਊਰੀ ਤੇ ਅਸੀਂ ਸਵੀਕਾਰ ਕੀਤਾ, ਅਸੀਂ ਸਵੈਲੋ ਕੀਤਾ ਇਸ ਨੂੰ। ਮੈਨੂੰ ਲੱਗਦਾ ਕਿ ਬੜੀ ਵੱਡੀ ਲੜਾਈ ਹੈ ਜੀ ਇਹਦੇ ਉੱਤੇ ਇੰਨਾ ਆਸਾਨੀ ਨਾਲ ਉਹ ਨਹੀਂ ਹੋ ਸਕਦਾ ਇਹਦਾ। ਲੇਕਿਨ ਮੈਂ ਤਾਂ ਇਹੀ ਕਹੂੰਗਾ ਕਿ ਅੱਖਾਂ ਖੋਲੋ ਭਰਾਵੋ ਭੈਣੋ, ਹੋਰ ਕੀ ਹੋ ਸਕਦਾ ਹੈ, ਨਹੀਂ ਤਾਂ ਬਚਾਂਗੇ ਨਹੀਂ, ਕੋਈ ਨਹੀਂ ਬਚਣਾ ਇੱਥੇ। ਜੀ ਜਿਸ ਤਰ੍ਹਾਂ ਗੁਰਿੰਦਰ ਜੀ ਨੇ ਆਖਿਆ, ਗੁਰਿੰਦਰ ਆਜ਼ਾਦ ਜੀ ਨੇ, ਕਿ ਅੱਖਾਂ ਖੋਲ੍ਹ ਕੇ ਤੁਰਨਾ ਪਏਗਾ ਸਾਨੂੰ, ਆਪਣੀ ਵਿਰਾਸਤ, ਆਪਣੇ ਗੀਤ, ਆਪਣੀ ਬੋਲੀ, ਆਪਣਾ ਸੱਭਿਆਚਾਰ ਬਚਾ ਕੇ ਰੱਖਣਾ ਪਏਗਾ, ਤਾਂ ਕਿ ਜੋ ਸਾਡੀਆਂ ਮਾਣਮੱਤੀਆਂ ਕਦਰਾਂ ਕੀਮਤਾਂ ਨੇ ਉਹ ਬਚੀਆਂ ਰਹਿਣ ਅਤੇ ਅਸੀਂ ਮਨੁੱਖ ਬਣ ਕੇ ਬਚੇ ਰਹੀਏ, ਮਨੁੱਖ ਵਜੋਂ ਬਚੇ ਰਹੀਏ, ਅਤੇ ਸਾਨੂੰ ਇਨਸਾਨੀਅਤ ਨੂੰ ਜਿਉਂਦੇ ਰੱਖਣਾ ਬਹੁਤ ਜ਼ਰੂਰੀ ਹੈ। ਗੁਰਿੰਦਰ ਆਜ਼ਾਦ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਸਮਾਂ ਦਿੱਤਾ। ਬਹੁਤ ਬਹੁਤ ਧੰਨਵਾਦ ਜੀ। ਮੈਂ ਨਿਰਮਲ ਮਾਨ, ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।